आसमां के पार हम आ चले अब यार हम, चाहतों का कारवां भी साथ ले चले। कल की ना अब हो फिकर, छूना है हमको शिखर, जीत की दहलीज पर जज्बात ले चले। मेहनत से अपनी पालेंगे मंजिल, मुश्किलें ना बदल सकेंगी अपना मुस्तकबिल। पिरामिड कॉलेज ऑफ बिजनेस एंड टेक्नोलॉजी, चाहा जो भी हमने हाँ पा लिया वही। पिरामिड कॉलेज ऑफ बिजनेस एंड टेक्नोलॉजी, चाहा जो भी हमने हाँ पा लिया वही। पिरामिड कॉलेज ऑफ बिजनेस एंड टेक्नोलॉजी, जलंधर फगवाड़ा हाईवे। एडमिशंस ओपन। कॉल 9397893978 93978978 93978। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਮੈਂ ਅਮਨੀਸ਼ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਪਿਰਾਮਿਡ ਈ ਸਰਵਿਸਿਜ਼ ਤੋਂ ਸਰਦਾਰ ਪਵਨੂਰ ਸਿੰਘ ਬੇਦੀ ਜੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਇਸ ਮੰਚ 'ਤੇ ਹਾਜ਼ਰ ਨੇ। ਤਾਂ ਅੱਜ ਜ਼ਿਕਰ ਕਰਾਂਗੇ ਕਿ ਜੋ ਸਮਾਂ ਨਿਕਲਦਾ ਜਾ ਰਿਹਾ ਹੈ ਤਾਂ ਵਿਦਿਆਰਥੀਆਂ ਦੇ ਜਿਹੜੇ ਨੇ ਉਹ ਵੀ ਸਾਹ ਸੁੱਕਦੇ ਜਾ ਰਹੇ ਨੇ ਕਿਉਂਕਿ ਬਹੁਤ ਘੱਟ ਸਮਾਂ ਰਹਿ ਗਿਆ ਕੈਨੇਡਾ ਦੇ ਸਤੰਬਰ ਸੈਸ਼ਨ ਦੇ ਵਿੱਚ। ਸੋ ਕਿਵੇਂ ਅਪਲਾਈ ਕੀਤਾ ਜਾ ਸਕਦਾ ਜਾਂ ਫਿਰ ਡੈਫਰ ਹੋਣਾ ਪਵੇਗਾ ਨੈਕਸਟ ਇਨਟੇਕ ਤੇ ਉਸ ਬਾਬਤ ਜ਼ਿਕਰ ਕਰਾਂਗੇ ਬੇਦੀ ਸਾਹਿਬ ਨਾਲ ਔਰ ਕੁਝ ਇੱਕ ਜਾਣਕਾਰੀ ਸਾਂਝੀ ਕਰਾਂਗੇ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਬਾਰੇ। ਸਵਾਗਤ ਕਰਦੇ ਹਾਂ ਬੇਦੀ ਸਾਹਿਬ। ਧੰਨਵਾਦ ਜੀ ਸੱਦਾ ਦੇਣ ਲਈ ਔਰ ਸਾਡੇ ਨਾਲ ਜੁੜੇ ਸਾਡੇ ਸਾਰੇ ਪੰਜਾਬ ਦੇ ਦਰਸ਼ਕਾਂ ਨੂੰ ਪਿਆਰ ਭਰਾ ਸਤਿ ਸ਼੍ਰੀ ਅਕਾਲ ਜੀ। ਸੋ ਬੇਦੀ ਸਾਹਿਬ ਜੋ ਸਤੰਬਰ ਲਾਗੇ ਆਉਂਦਾ ਜਾਂਦਾ ਹੈ ਤੇ ਉਹ ਤੋਂ ਵਿਦਿਆਰਥੀਆਂ ਜਿਹੜੇ ਕਹਿ ਲਓ ਸਾਹ ਸੁੱਕਦੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਹੁਣ ਸਤੰਬਰ ਸੈਸ਼ਨ ਦੇ ਵਿੱਚ ਐਡਮਿਸ਼ਨਸ ਨਹੀਂ ਮਿਲਣਗੀਆਂ। ਸੋ ਪਿਰਾਮਿਡ ਇੱਕ ਬਹੁਤ ਵੱਡਾ ਨਾਮ ਹੈ ਜੇ ਕੈਨੇਡਾ ਸਟੱਡੀ ਦੀ ਗੱਲ ਕਰ ਲਈਏ। ਸੋ ਲੇਟੈਸਟ ਅਪਡੇਟਸ ਤੁਹਾਡੇ ਕੋਲ ਹੁੰਦੀਆਂ ਨੇ, ਕੀ ਡੈਡਲਾਈਨਸ ਕੀ ਨੇ ਕਾਲਜ ਦੀ? ਮਨੀਸ਼ ਸਾਹ ਤਾਂ ਬਿਲਕੁਲ ਸੁੱਕਦੇ ਜਾ ਰਹੇ ਹੈ ਇਸ ਕਰਕੇ ਨਹੀਂ ਕਿ ਡੈਡਲਾਈਨਸ ਨੇੜੇ ਆ ਰਹੀ ਹੈ। ਸਾਹ ਇਸ ਕਰਕੇ ਸੁੱਕਦੇ ਜਾ ਰਹੇ ਕਿਉਂਕਿ ਐਮਬੈਸੀ ਇਸ ਵੇਲੇ ਥੋੜਾ ਜਿਹਾ ਟਾਈਮ ਜ਼ਿਆਦਾ ਲੈ ਰਹੀ ਹੈ। ਬੱਚਿਆਂ ਨੂੰ ਟੈਨਸ਼ਨ ਹੈ ਕਿ ਜੇ ਟਾਈਮ ਸਿਰ ਫਾਈਲ ਸਤੰਬਰ ਸੈਸ਼ਨ ਦੇ ਲਈ ਨਾ ਲੱਗੀ ਤੇ ਕਿਤੇ ਜਨਵਰੀ ਲਈ ਖੁੰਝੇ ਨਾ ਜਾਈਏ। ਜੇ ਜਨਵਰੀ ਲਈ ਖੁੰਝੇ ਜਾਂਦੇ ਆ ਤੇ ਪ੍ਰੋਬਲਮ ਕੀ ਹੈ, ਸਾਲ ਵੇਸਟ ਹੋ ਜਾਂਦਾ ਹੈ ਜਾਂ ਇੰਡੀਆ ਵਿੱਚ ਕਿਤੇ ਐਡਮਿਸ਼ਨ ਲੈਣੀ ਪੈਂਦੀ ਹੈ। ਜੇ ਐਡਮਿਸ਼ਨ ਲੈਣੀ ਪੈਂਦੀ ਹੈ ਤੇ ਉਹਦਾ ਖਰਚਾ ਅੱਡ ਕਰਨਾ ਪੈਂਦਾ, ਐਕਸਟਰਾ ਕਰਨਾ ਪੈਂਦਾ। ਸੋ ਇਟਸ ਅ ਲਾਸ। ਇਸ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇ ਤੁਸੀਂ ਅੱਜ ਮੇਰਾ ਸ਼ੋਅ ਦੇਖ ਰਹੇ ਹੋ ਤੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਯਾਰ ਦੋਸਤ ਕੈਨੇਡਾ ਜਾਣਾ ਚਾਹੁੰਦੇ, ਰਿਸ਼ਤੇਦਾਰ ਕੋਈ ਸਟੂਡੈਂਟ ਵੀਜ਼ੇ ਤੇ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਟਾਈਮ ਸਿਰ ਉਹ ਸਤੰਬਰ ਵਿੱਚ ਫਾਈਲ ਲਗਾ ਸਕਣ, ਟਾਈਮ ਸਿਰ ਵੀਜ਼ਾ ਹਾਸਲ ਕਰ ਸਕਣ। ਕਿਉਂਕਿ ਜੇ ਵੀਜ਼ਾ ਵੀ ਬਿਲਕੁਲ ਡੈਡਲਾਈਨ ਤੇ ਆਇਆ ਤੇ ਟਿਕਟਸ ਬਹੁਤ ਜ਼ਿਆਦਾ ਮਹਿੰਗੀਆਂ ਮਿਲਣਗੀਆਂ। ਜਿਹੜੀ 75,000 ਰੁਪਏ ਦੀ, 50,000 ਦੀ, 60,000 ਦੀ ਟਿਕਟ ਮਿਲ ਜਾਂਦੀ ਹੈ ਉਹ ਅਖੀਰ ਵਿੱਚ ਆ ਕੇ ਸਵਾ 2.5 ਲੱਖ ਰੁਪਏ ਦੀ ਹੋ ਜਾਂਦੀ ਹੈ। ਇੱਕ ਹੋਰ ਨੁਕਸਾਨ ਹੋ ਸਕਦਾ ਜੇਕਰ ਸਤੰਬਰ ਸੈਸ਼ਨ 'ਚ ਨਹੀਂ ਅਪਲਾਈ ਕਰਦੇ, ਜਨਵਰੀ ਵਿੱਚ ਡੈਫਰ ਹੋ ਜਾਂਦੇ। ਜਨਵਰੀ ਵਿੱਚ ਕਿਸੇ ਨਾ ਕਿਸੇ ਕਾਰਨ ਅਗਰ ਵੀਜ਼ਾ ਰਿਫਿਊਜ਼ ਹੋ ਜਾਂਦਾ ਫਿਰ ਨੈਕਸਟ ਇਨਟੇਕ ਤੇ ਜਾਣਾ ਪਵੇਗਾ, ਉਹਨਾਂ 'ਚ 1 ਸਾਲ ਦਾ ਗੈਪ ਹੈ। ਨਹੀਂ ਉਹੀ ਤਾਂ ਮੈਂ ਕਹਿ ਰਿਹਾ ਕਿ ਜੇ ਸਤੰਬਰ ਤੋਂ ਖੁੰਝੇ ਜਾਂਦੇ ਹੈ ਤੇ ਜਾਂ ਤਾਂ ਸਾਲ ਦਾ ਗੈਪ ਪਊਗਾ ਜਾਂ ਕਿਤੇ ਇੰਡੀਆ ਵਿੱਚ ਐਡਮਿਸ਼ਨ ਲੈਣੀ ਪਏਗੀ। ਦੋਨੋਂ ਕੇਸਿਸ ਵਿੱਚ ਮੋਨੀਟਰੀ ਲਾਸ ਵੀ ਹੈ ਔਰ ਟਾਈਮ ਦਾ ਲਾਸ ਵੀ ਹੈ, ਭਵਿੱਖ ਦਾ ਲਾਸ ਵੀ ਹੈ। ਇਸ ਕਰਕੇ ਡੈਡਲਾਈਨਸ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਦੇਖੋ ਕੁਝ ਕਾਲਜਾਂ ਦੀ ਸਟਾਰਟ ਡੇਟ 5 ਸਤੰਬਰ ਹੈ। ਸੋ ਜਿਨ੍ਹਾਂ ਕਾਲਜਾਂ ਦੀ ਸਟਾਰਟ ਡੇਟ 5 ਸਤੰਬਰ ਹੈ ਉਹਨਾਂ ਦੀ ਫਾਈਲ ਅੰਬੈਸੀ ਦੇ ਵਿੱਚ ਹਰ ਹਾਲਤ ਵਿੱਚ 1 ਅਗਸਤ ਤੱਕ ਪਹੁੰਚ ਜਾਣੀ ਚਾਹੀਦੀ ਹੈ। ਹੁਣ ਤੁਹਾਡੇ ਏਜੰਟ ਉੱਪਰ ਹੈ ਕਿ 15 ਜੁਲਾਈ ਨੂੰ ਜੇ ਤੁਸੀਂ ਉਹਨੂੰ ਕੇਸ ਦਿੰਦੇ ਹੋ ਉਹ 15 ਦਿਨ ਦੇ ਅੰਦਰ ਅੰਦਰ ਤੁਹਾਡੀ ਆਫਰ ਲੈਟਰ ਮੰਗਵਾ ਕੇ ਤੁਹਾਡੀ ਕਾਲਜ ਦੀ ਫੀਸ ਪੇ ਕਰਕੇ ਤੁਹਾਡਾ ਨੋਵਾ ਸਕੋਸ਼ੀਆ ਜਾਂ ICICI ਤੋਂ GIC ਦਾ ਖਾਤਾ ਖੁਲਵਾ ਕੇ ਉਹਦੀ ਫੀਸ ਪੇ ਕਰਵਾ ਕੇ 15 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਫਾਈਲ ਲਗਾ ਸਕਦਾ ਹੈ ਜਾਂ ਨਹੀਂ ਲਗਾ ਸਕਦਾ। ਸੋ ਇਹ ਬਹੁਤ ਡਿਪੈਂਡ ਕਰਦਾ ਹੈ ਤੁਹਾਡੇ ਏਜੰਟ ਉੱਪਰ ਕਿ ਉਹ ਕਿੰਨਾ ਸਪੈਸ਼ਲਾਈਜ਼ਡ ਹੈ। ਪਿਰਾਮਿਡ ਨੇ ਡੈਡਲਾਈਨ ਐਡਮਿਸ਼ਨਸ ਦੀ 15 ਜੁਲਾਈ ਰੱਖੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਆਪਾਂ 15 ਦਿਨ ਦੇ ਅੰਦਰ ਅੰਦਰ ਤੁਹਾਡਾ ਕੇਸ ਪ੍ਰੋਸੈਸ ਕਰ ਸਕਦੇ ਹਾਂ। ਪਰ ਜਿਹੜੀ ਆਪਾਂ ਐਪਲੀਕੇਸ਼ਨਸ 5 ਜੁਲਾਈ ਤੋਂ ਬਾਅਦ ਫੜਾਂਗੇ ਉਹ ਸਿਰਫ 2 ਜਾਂ 3 ਕਾਲਜਾਂ ਦੀ ਫੜਾਂਗੇ ਜਿਹੜੇ ਜਲਦੀ ਆਫਰ ਲੈਟਰ ਦਿੰਦੇ ਹੈ, ਜਲਦੀ ਫੀਸ ਦੀ ਰਸੀਦ ਦਿੰਦੇ ਹੈ। ਹੋਣਗੇ SPP ਦੇ ਅੰਦਰ ਪਰ ਇਹ ਟੋਰਾਂਟੋ ਬੇਸਡ, ਬਰੈਂਪਟਨ ਬੇਸਡ, ਮਿਸਿਸਾਗਾ ਬੇਸਡ ਕਾਲਜਿਸ ਰਹਿਣਗੇ ਜਿਨ੍ਹਾਂ ਦਾ ਟਰਨ ਅਰਾਊਂਡ ਟਾਈਮ ਬਹੁਤ ਕੁਇਕ ਹੈ, ਜਿਹੜੇ ਬਹੁਤ ਛੇਤੀ ਬੱਚਿਆਂ ਨੂੰ ਆਫਰ ਲੈਟਰ ਮੁਹੱਈਆ ਕਰਵਾਉਂਦੇ ਹੈ, ਫੀਸਾਂ ਪੇ ਕਰਵਾ ਕੇ ਰਸੀਦਾਂ ਦਿੰਦੇ ਹੈ। ਇਸ ਕਰਕੇ ਆਪਾਂ ਜਿਹੜੀ ਡੈਡਲਾਈਨ ਐਡਮਿਸ਼ਨ ਦੀ ਫਿਕਸ ਕੀਤੀ ਹੈ 15 ਜੁਲਾਈ ਕੀਤੀ ਹੈ। ਉਹਨਾਂ ਬੱਚਿਆਂ ਦੀ ਜਿਨ੍ਹਾਂ ਦੀ ਕਲਾਸਾਂ 5 ਤੋਂ 10 ਸਤੰਬਰ ਨੂੰ ਸ਼ੁਰੂ ਹੋ ਰਹੀਆਂ, ਜਿਨ੍ਹਾਂ ਬੱਚਿਆਂ ਦੀਆਂ ਕਲਾਸਾਂ ਜਾਂ ਜਿਨ੍ਹਾਂ ਕਾਲਜਾਂ ਦੀਆਂ ਕਲਾਸਾਂ 30 ਸਤੰਬਰ ਨੂੰ ਸ਼ੁਰੂ ਹੋ ਰਹੀਆਂ ਉਹਨਾਂ ਦੀ ਆਫਰ ਲੈਟਰ ਮੰਗਵਾਉਣ ਦੀ ਡੈਡਲਾਈਨ 1 ਅਗਸਤ ਰਹੇਗੀ। ਸੋ 1 ਅਗਸਤ ਤੱਕ ਵੀ ਤੁਸੀਂ ਆਫਰ ਲੈਟਰ ਮੰਗਵਾ ਸਕਦੇ ਹੋ ਪ੍ਰੋਵਾਈਡਡ
ਤੁਹਾਡਾ ਜਿਹੜਾ ਕਾਲਜ ਹੈ 30 ਸਤੰਬਰ ਨੂੰ ਸ਼ੁਰੂ ਹੋ ਰਿਹਾ ਹੋਵੇ। ਸੋ ਜੇ ਤੁਸੀਂ ਆਫਰ ਲੈਟਰ SPP ਦੇ ਅੰਦਰ ਅਪਲਾਈ ਕਰਨਾ ਚਾਹੁੰਦੇ ਹੋ, ਜੇ ਤੁਹਾਡੇ 6 ਬੈਂਡ ਹੈ ਜਾਂ ਤੁਸੀਂ ਆਈਲੈਟਸ ਕਰ ਰਹੇ ਹੋ, ਪਰ ਯਕੀਨ ਹੈ ਤੁਹਾਨੂੰ ਕਿ ਤੁਸੀਂ ਆਈਲੈਟਸ ਵਿੱਚ 6 ਬੈਂਡ ਲੈ ਸਕਦੇ ਹੋ, ਤੇ ਪਿਰਾਮਿਡ ਸਰਵਿਸਿਜ਼ ਕੈਨੇਡਾ ਦੇ ਆਲਮੋਸਟ ਸਾਰੇ SPP ਕਾਲਜਾਂ ਔਰ ਯੂਨੀਵਰਸਿਟੀਆਂ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਜਿਹੜੇ ਬੱਚੇ ਦੀ ਆਫਰ ਲੈਟਰ ਨਹੀਂ ਆਂਦੀ, ਆਪਾਂ ਫੋਨ ਕਰਦੇ ਹਾਂ, ਉਹਦੀ ਆਫਰ ਲੈਟਰ ਭੇਜ ਦਿੱਤੀ ਜਾਂਦੀ ਹੈ। ਜਿਹੜੇ ਬੱਚੇ ਦਾ GIC ਦਾ ਖਾਤਾ ਨਹੀਂ ਖੁੱਲਦਾ, ਆਪਾਂ ਨੋਵਾ ਸਕੋਸ਼ੀਆ ਬੈਂਕ, ICICI ਬੈਂਕ ਫੋਨ ਕਰਦੇ ਹਾਂ, ਉਹਨਾਂ ਦੇ ਖਾਤੇ ਖੁੱਲ ਜਾਂਦੇ ਆ। ਸੋ ਕੋਈ ਪ੍ਰੋਬਲਮ ਨਹੀਂ ਆਂਦੀ ਪਿਰਾਮਿਡ ਨਾਲ। ਜਿਹੜਾ ਬੱਚਾ ਇੱਕ ਵਾਰੀ ਜੁੜ ਜਾਂਦਾ ਹੈ, ਟਾਈਮ ਸਿਰ ਉਹਦਾ ਕੰਮ ਹੁੰਦਾ ਹੈ, ਟਾਈਮ ਸਿਰ ਉਹਦੀ ਫਾਈਲ ਲੱਗਦੀ ਹੈ, ਔਰ ਜੇ ਬੱਚੇ ਦੇ ਨੰਬਰ ਚੰਗੇ ਹੈ, ਜੇ ਅਕੈਡਮਿਕ ਬੈਕਗ੍ਰਾਉਂਡ ਅੱਛਾ ਹੈ, ਤਾਂ ਉਹਦਾ ਵੀਜ਼ਾ ਵੀ ਜ਼ਰੂਰ ਆਉਂਦਾ ਹੈ। ਬਿਕੋਜ਼ ਪਿਛਲੇ 10 ਸਾਲਾਂ ਦਾ ਤਜਰਬਾ ਹੈ, ਹਰ ਸਾਲ ਹਜ਼ਾਰਾਂ ਬੱਚੇ ਭੇਜ ਕੇ ਜੋ ਆਪਾਂ ਨਾਮ ਕਮਾਇਆ ਹੈ, ਜੋ ਇੱਜ਼ਤ ਕਮਾਈ ਹੈ, ਉਹਦਾ ਫਾਇਦਾ ਜਿਹੜੇ ਬੱਚੇ ਸਾਡੇ ਨਾਲ ਜੁੜਦੇ ਹੈ ਉਹਨਾਂ ਨੂੰ ਜ਼ਰੂਰ ਮਿਲਦਾ ਹੈ। ਸੋ ਜੇ ਤੁਸੀਂ ਪਿਰਾਮਿਡ ਸਰਵਿਸਿਜ਼ ਰਾਹੀਂ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤੇ 2 ਡੈਡਲਾਈਨਸ ਨੋਟ ਕਰ ਲਓ, ਜਿਨ੍ਹਾਂ ਦੀਆਂ ਕਲਾਸਾਂ 5 ਤੋਂ 10 ਸਤੰਬਰ ਵਿੱਚ ਸ਼ੁਰੂ ਹੋ ਰਹੀਆਂ। ਦਾਖਲਾ ਲੈਣ ਦੀ ਡੈਡਲਾਈਨ 15 ਜੁਲਾਈ ਹੈ। ਜਿਨ੍ਹਾਂ ਕਾਲਜਾਂ ਦੀਆਂ ਕਲਾਸਾਂ 30 ਸਤੰਬਰ ਨੂੰ ਸ਼ੁਰੂ ਹੋ ਰਹੀਆਂ, ਉਹਨਾਂ ਦੀ ਕਾਲਜ ਦੀ ਆਫਰ ਲੈਟਰ ਮੰਗਵਾਉਣ ਦੀ ਡੈਡਲਾਈਨ ਆਪਣਾ 1 ਅਗਸਤ ਹੈ। ਸੋ ਜੇ ਤੁਸੀਂ 9 ਜੁਲਾਈ ਨੂੰ ਆਈਲੈਟਸ ਦਾ ਐਗਜ਼ਾਮ ਦੇ ਰਹੇ ਹੋ ਜਾਂ 18-19 ਜੁਲਾਈ ਨੂੰ ਆਈਲੈਟਸ ਦਾ ਐਗਜ਼ਾਮ ਦੇ ਰਹੇ ਹੋ, ਤਾਂ ਵੀ ਤੁਸੀਂ ਸਤੰਬਰ ਸੈਸ਼ਨ ਲਈ ਜਾ ਸਕਦੇ ਹੋ। ਮੈਡੀਕਲ ਕੀਤੀ ਹੈ, ਨਾਨ ਮੈਡੀਕਲ ਕੀਤੀ ਹੈ, ਕਮਰਸ ਕੀਤਾ ਹੈ, ਆਰਟਸ ਕੀਤਾ ਹੈ, ਕੋਈ ਵੀ ਸਬਜੈਕਟਸ ਨਾਲ ਤੁਸੀਂ ਆਪਣੀ ਪੜ੍ਹਾਈ ਕੀਤੀ ਹੈ, ਸਤੰਬਰ ਸੈਸ਼ਨ ਲਈ ਹਜੇ ਵੀ ਸਾਡੇ ਕੋਲ ਪਿਰਾਮਿਡ ਸਰਵਿਸਿਜ਼ ਕੋਲ SPP ਅਧੀਨ ਮੇਨ ਸਿਟੀਜ਼ ਦੇ ਵਿੱਚ, ਮੇਨ ਸ਼ਹਿਰਾਂ ਦੇ ਵਿੱਚ ਕਾਲਜ ਅਵੇਲੇਬਲ ਹੈ। ਗਿਨੇ ਚੁਣੇ ਕੰਸਲਟੈਂਟ ਹੀ ਹੋਣਗੇ ਜਿਨ੍ਹਾਂ ਕੋਲ ਇੱਦਾਂ ਦੇ ਕਾਲਜ, SPP ਕਾਲਜ ਔਰ ਯੂਨੀਵਰਸਿਟੀਆਂ ਜਿਨ੍ਹਾਂ ਨਾਲ ਜੁੜ ਕੇ ਬੱਚਿਆਂ ਨੂੰ, ਪੰਜਾਬ ਦੇ ਬੱਚਿਆਂ ਨੂੰ ਦਾਖਲਾ ਦੇ ਰਹੀਆਂ ਹਨ। ਜੀ ਬਈ ਸਾਹਿਬ, ਸਤੰਬਰ ਸੈਸ਼ਨ ਦੇ ਰਿਜ਼ਲਟ ਆਉਣੇ ਬਹੁਤ ਸ਼ੁਰੂ ਹੋ ਗਏ ਨੇ। ਆਪਾਂ ਦੇਖਿਆ ਕਿ ਪਿਰਾਮਿਡਸ ਦੇ ਬਹੁਤ ਪੋਜ਼ਿਟਿਵ ਰਿਜ਼ਲਟਸ। ਬਿਲਕੁਲ। ਕੁਝ ਇੱਕ ਵਿਦਿਆਰਥੀ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਦੇ ਨੈਗੇਟਿਵ ਰਿਜ਼ਲਟ ਆਏ ਨੇ, ਵੀਜ਼ੇ ਰਿਫਿਊਜ਼ ਹੋਏ ਨੇ, ਕੀ ਉਹ ਮੁੜ ਦੁਬਾਰਾ ਸਤੰਬਰ ਸੈਸ਼ਨ ਲਈ ਅਪਲਾਈ ਕਰ ਸਕਦੇ ਨੇ? ਮਨੀਸ਼, ਪਿਛਲੇ ਹਫਤੇ ਹੀ ਸਾਡੇ ਰਫਲੀ 40+ ਵੀਜ਼ੇ ਆਏ ਹੈ। ਦੇਖੋ ਟਾਈਮ ਲੱਗ ਰਿਹਾ ਹੈ, ਘੱਟ ਤੋਂ ਘੱਟ 4 ਹਫਤੇ ਤਾਂ ਲੱਗ ਹੀ ਰਹੇ ਹੈ। ਮੰਨ ਕੇ ਚੱਲੋ ਪਿਛਲੇ ਸੈਸ਼ਨ, ਪਿਛਲੇ ਇਨਟੇਕਸ ਵਾਂਗੂ ਨਹੀਂ ਹੈ ਕਿ 10 ਦਿਨਾਂ ਬਾਅਦ ਰਿਜ਼ਲਟ ਆਏਗਾ, 15 ਦਿਨਾਂ ਬਾਅਦ ਰਿਜ਼ਲਟ ਆਏਗਾ। ਅੱਜ ਦੀ ਡੇਟ ਵਿੱਚ ਘੱਟ ਤੋਂ ਘੱਟ 4 ਹਫਤੇ ਲੱਗ ਹੀ ਰਹੇ ਹੈ। ਸੋ ਮਿਨੀਮਮ 4, ਮੈਕਸਿਮਮ 6 ਹਫਤੇ ਲੱਗ ਰਹੇ ਹੈ। ਇਸੇ ਕਰਕੇ ਮੈਂ ਐਮਫਸਾਈਜ਼ ਕਰ ਰਿਹਾ ਕਿ 1 ਅਗਸਤ ਤੱਕ ਫਾਈਲ ਅੰਬੈਸੀ ਦੇ ਅੰਦਰ ਹੋਣੀ ਚਾਹੀਦੀ ਹੈ। 1 ਅਗਸਤ ਤੱਕ ਸਾਰੇ ਦੇ ਸਾਰੇ ਡਾਕੂਮੈਂਟੇਸ਼ਨ ਕੰਪਲੀਟ ਹੋ ਕੇ ਅੰਬੈਸੀ 'ਚ ਫਾਈਲ ਪਹੁੰਚ ਜਾਵੇ। ਜੇ ਉਹ 45 ਦਿਨ ਵੀ ਲਗਾਉਣਗੇ ਤਾਂ ਵੀ ਆਪਾਂ ਸਤੰਬਰ ਸੈਸ਼ਨ ਲਈ ਅਪਲਾਈ ਕਰ ਪਾਵਾਂਗੇ। ਸੋ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਜੇ ਤੁਸੀਂ ਸਤੰਬਰ ਸੈਸ਼ਨ ਲਈ ਜਾਣਾ ਚਾਹੁੰਦੇ ਹੋ, ਆਪਣੀ ਕੰਡੀਸ਼ਨਲ ਆਫਰ ਜਾਂ ਫਰਮ ਆਫਰ ਲੈਟਰ ਇਮੀਡੀਏਟਲੀ ਮੰਗਵਾਓ। ਜੇ ਕਿਸੇ ਕਾਰਨਵਸ਼ ਤੁਹਾਡੀ ਆਫਰ ਲੈਟਰ ਨਹੀਂ ਆ ਰਹੀ, GIC ਦਾ ਖਾਤਾ ਨਹੀਂ ਖੁੱਲਦਾ ਪਿਆ, ਜਾਂ ਗਲਤ ਕੋਰਸ ਵਿੱਚ ਆਫਰ ਲੈਟਰ ਆ ਗਈ ਹੈ, ਜਾਂ ਕੀਤੀ ਸੀ ਨਾਨ ਮੈਡੀਕਲ ਕੰਸਲਟੈਂਟ ਨੇ ਬਿਜ਼ਨਸ ਕੋਰਸ ਵਿੱਚ ਆਫਰ ਲੈਟਰ ਮੰਗਵਾਤੀ, ਕੀਤਾ ਸੀ ਕਮਰਸ ਕੰਸਲਟੈਂਟ ਨੇ ਹਸਪਿਟੈਲਿਟੀ ਵਿੱਚ ਆਫਰ ਲੈਟਰ ਮੰਗਵਾਤੀ, ਕੀਤਾ ਸੀ ਆਰਟਸ ਮੰਗਵਾਤੀ ਆਫਰ ਲੈਟਰ ਕੰਪਿਊਟਰ ਦੇ ਵਿੱਚ, ਤੇ ਪਿਰਾਮਿਡ ਨਾਲ ਰਾਬਤਾ ਕਰੋ, ਤੁਹਾਡੀ ਆਫਰ ਲੈਟਰ ਆਪਾਂ ਸਹੀ ਮੰਗਵਾ ਕੇ ਦੇਵਾਂਗੇ, ਸਹੀ ਕੋਰਸ ਵਿੱਚ ਮੰਗਵਾ ਕੇ ਦੇਵਾਂਗੇ। ਔਰ ਮੈਂ ਵਾਅਦਾ ਕਰਦਾ ਹਾਂ ਕਿ ਸਹੀ ਫਾਈਲ, ਸਹੀ ਤਰੀਕੇ ਨਾਲ ਫਾਈਲ ਲੱਗੀ ਇੱਕ ਚੰਗਾ ਰਿਜ਼ਲਟ ਪ੍ਰੋਡਿਊਸ ਕਰਦੀ ਹੈ। ਸੋ ਬਸ ਇੱਕ ਸਹੀ ਕੰਸਲਟੈਂਟ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾਂਦੇ। ਬਿਲਕੁਲ। ਸੋ ਸਹੀ ਕੰਸਲਟੈਂਟ ਦੀ ਚੋਣ ਕਿਵੇਂ ਕਰੀਏ? ਹਰ ਇੱਕ ਕੰਸਲਟੈਂਟ ਖੁਦ ਨੂੰ ਸਹੀ ਦੱਸ ਰਿਹਾ, ਪਰ ਹਾਲ ਹੀ ਵਿੱਚ ਦੂਜੇ ਪਾਸੇ ਵੇਖਿਆ ਤਾਂ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਕੁਝ ਏਜੰਟਸ ਦੀ ਜਿਨ੍ਹਾਂ ਨੇ ਕੁਝ ਫਰਜ਼ੀ ਡਾਕੂਮੈਂਟਸ ਲਗਾ ਕੇ ਬੱਚਿਆਂ ਦੀ ਐਡਮਿਸ਼ਨ ਕਰਾਈ ਸੀ, ਔਰ ਅੱਜ ਉਹ ਵਿਦਿਆਰਥੀ ਜਿਹੜੇ ਨੇ ਨਿਊਜ਼ੀਲੈਂਡ ਤੋਂ ਡਿਪੋਰਟ ਹੋ ਕੇ ਵਾਪਸ ਆ ਰਹੇ ਨੇ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ? ਸੋ ਮੈਂ ਪਹਿਲੀ ਗੱਲ ਤਾਂ ਧੰਨਵਾਦ ਕਰਦਾ ਹਾਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਇੱਕ ਸਟੈਪ ਚੱਕਿਆ, ਇੱਕ ਇਨੀਸ਼ੀਏਟਿਵ ਲਿਆ ਔਰ ਲੋਕਾਂ ਨੂੰ ਜਾਣੂ ਕਰਵਾਇਆ ਕਿ ਹਾਂ ਬਈ ਇਹ ਕੰਸਲਟੈਂਟਸ ਸਾਡੀ ਹਿੱਟ ਲਿਸਟ ਵਿੱਚ ਹੈਗੇ ਆ, ਇਹ ਕੰਸਲਟੈਂਟਸ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਜੇ ਤੁਸੀਂ ਕੰਮ ਕਰੋਗੇ ਤੇ ਓਬਵੀਅਸਲੀ ਤੁਹਾਨੂੰ ਰਿਜ਼ਲਟ ਸ਼ਾਇਦ ਸਾਡੇ ਵੱਲੋਂ ਸਹੀ ਨਾ ਮਿਲੇ। ਉਹ ਲਿਸਟ ਮੇਰੇ ਕੋਲ ਅੱਜ ਦੀ ਡੇਟ ਵਿੱਚ ਆਨਲਾਈਨ ਵੀ ਅਵੇਲੇਬਲ ਹੈ, ਸਟੂਡੈਂਟਸ ਜਾ ਕੇ ਆਪ ਵੀ ਦੇਖ ਸਕਦੇ ਹੈ। ਹੁਣ ਨਿਊਜ਼ੀਲੈਂਡ ਗਵਰਨਮੈਂਟ ਜਿਹੜੀ ਹੈ ਉਹ ਡਾਕੂਮੈਂਟੇਸ਼ਨਸ ਬਹੁਤ ਡੀਪਲੀ ਚੈੱਕ ਕਰ ਰਹੀ ਹੈ, ਫਾਈਨੈਂਸ਼ੀਅਲ ਡਾਕੂਮੈਂਟਸ, ਅਕੈਡਮਿਕ ਡਾਕੂਮੈਂਟਸ, ਆਈਲੈਟਸ ਦੇ ਡਾਕੂਮੈਂਟ, ਇੱਥੋਂ ਤੱਕ ਵੀ ਓਬਜ਼ਰਵ ਕੀਤਾ ਗਿਆ ਹੈ ਕਿ ਜਿਹੜੇ ਹਿੰਦੁਸਤਾਨ ਦੇ ਟੌਪ 10 ਏਜੰਟਸ ਹੈ ਉਹਨਾਂ ਦਾ ਨਾਮ ਵੀ ਇਸ ਲਿਸਟ ਵਿੱਚ ਆਇਆ ਹੈ। ਸੋ ਇਹ ਬਾਕੀ ਸਟੂਡੈਂਟਸ ਉੱਪਰ ਆਪਾਂ ਛੱਡਦੇ ਹਾਂ, ਸਟੂਡੈਂਟਸ ਆਪ ਇਵੈਲੂਏਟ ਕਰਨ। ਇਹ ਲਿਸਟ ਗਲਤ ਵੀ ਹੋ ਸਕਦੀ ਹੈ, ਮੈਂ ਨਹੀਂ ਕਹਿੰਦਾ ਕਿ ਇਹ 100% ਸੱਚੀ ਹੋਏਗੀ। this can be generated by some individual also, so we leave it on the students to check this particular thing, ਪਰ ਆਨਲਾਈਨ ਇਹ ਲਿਸਟ ਅਵੇਲੇਬਲ ਹੈ। ਸੋ ਜੇ ਤੁਸੀਂ ਨਿਊਜ਼ੀਲੈਂਡ ਸਟੂਡੈਂਟ ਵੀਜ਼ੇ ਤੇ ਅਪਲਾਈ ਕਰਨਾ ਚਾਹੁੰਦੇ ਹੋ ਤੇ ਪਿਰਾਮਿਡ ਸਰਵਿਸਿਜ਼ ਇੱਕ ਐਜੂਕੇਸ਼ਨ ਨਿਊਜ਼ੀਲੈਂਡ ਟ੍ਰੇਨਡ ਏਜੰਟ ਹੈ, ਟਰਸਟਿਡ ਏਜੰਟ ਹੈ, ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੰਸਲਟੈਂਟ ਹੈ, ਭਾਰਤ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਲਾਇਸੈਂਸਡ ਕੰਸਲਟੈਂਟ ਹੈ। ਮਨੀਸ਼, ਬਹੁਤ ਗਿਨੇ ਚੁਣੇ
हैंडफुल ऑफ कंसल्टेंट्स ਭਾਰਤ ਸਰਕਾਰ ਉਹਨਾਂ ਨੂੰ ਲਾਇਸੈਂਸ ਦਿੰਦੀ ਹੈ। ਸੋ ਪਿਰਾਮਿਡ ਈ ਸਰਵਿਸਿਜ਼ ਬੜੇ ਫਕਰ ਨਾਲ ਇਹ ਗੱਲ ਕਹਿੰਦਾ ਹੈ ਕਿ ਭਾਰਤ ਸਰਕਾਰ ਨੇ ਵੀ ਸਾਨੂੰ ਹੁਣ ਲਾਇਸੈਂਸ ਦਿੱਤਾ ਹੈ ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਵਿਜ਼ਟਰ ਵੀਜ਼ਾ, ਟਿਕਟਿੰਗ ਸਾਰੇ ਕੰਮ ਕਰਨ ਦਾ। ਸੋ ਜੇ ਤੁਸੀਂ ਪਿਰਾਮਿਡ ਈ ਸਰਵਿਸਿਜ਼ ਨਾਲ ਜੁੜਦੇ ਹੋ ਤੇ ਇੱਕ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਤੁਹਾਡੇ ਨਾਲ ਧੋਖਾ ਨਹੀਂ ਹੋਏਗਾ, ਨਾ ਪੈਸੇ ਪੱਖੋਂ, ਨਾ ਕਾਲਜ ਪੱਖੋਂ, ਨਾ ਹੀ ਤੁਹਾਨੂੰ ਕੋਈ ਫਰਾਡ ਕਾਲਜ ਦਿੱਤਾ ਜਾਏਗਾ, ਨਾ ਹੀ ਤੁਹਾਨੂੰ ਕੋਈ ਗਲਤ ਦਸਤਾਵੇਜ਼ ਬਣਾਉਣ ਲਈ ਸੁਜੈਸਟ ਕੀਤਾ ਜਾਏਗਾ। ਤੁਹਾਡੇ ਬਿਹਾਫ ਤੇ ਆਪਾਂ ਇੰਟਰਵਿਊ ਨਹੀਂ ਦੇਣੀ, ਤੁਹਾਡੇ ਬਿਹਾਫ ਤੇ ਆਪਾਂ ਗਲਤ ਫੰਡ ਸ਼ੋਅ ਨਹੀਂ ਕਰਨੇ। ਸੋ ਮੈਂ ਇਨਵਾਈਟ ਕਰਦਾ ਸਿਰਫ ਔਰ ਸਿਰਫ ਜੈਨੂਇਨ ਬੱਚਿਆਂ ਨੂੰ। ਪੰਜਾਬ ਅੱਜ ਦੀ ਡੇਟ ਵਿੱਚ ਇੱਕ ਆਇਡੈਂਟੀਟੀ ਕ੍ਰਾਈਸਿਸ ਤੋਂ ਗੁਜ਼ਰ ਰਿਹਾ ਹੈ ਕਿਉਂਕਿ ਪ੍ਰੋਬਲਮ ਕੀ ਚੱਲ ਰਹੀ ਹੈ ਕਿ ਸਾਰੀ ਇਮੀਗ੍ਰੇਸ਼ਨ ਜਿਹੜੀ ਪੰਜਾਬ ਨੂੰ ਬਲੈਕਲਿਸਟ ਕਰਨ ਤੇ ਇਸ ਵੇਲੇ ਲੱਗੀਆਂ ਹੋਈਆਂ ਹੈ। ਕਿਉਂ ਲੱਗੀਆਂ ਹੋਈਆਂ? ਕਿ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਬੱਚਿਆਂ ਕੋਲ ਪੈਸਾ ਨਹੀਂ ਹੈ। ਪੰਜਾਬ ਦੇ ਬੱਚੇ ਸਹੀ ਅਕੈਡਮਿਕਸ ਨਹੀਂ ਸ਼ੋ ਕਰਦੇ, ਪੰਜਾਬ ਦੇ ਬੱਚੇ ਇੰਗਲਿਸ਼ ਨਹੀਂ ਬੋਲ ਸਕਦੇ। ਇਹ ਬਿਲਕੁਲ ਗਲਤ ਹੈ। ਕੁਝ ਗਿਨੇ ਚੁਣੇ ਏਜੰਟਾਂ ਕਰਕੇ, ਕੁਝ ਗਿਨੇ ਚੁਣੇ ਸਟੂਡੈਂਟਸ ਕਰਕੇ ਇੱਕ ਗਲਤ ਛਵੀ ਅੰਬੈਸੀਆਂ ਦੀ ਨਜ਼ਰਾਂ ਵਿੱਚ ਪੈ ਰਹੀ ਹੈ। ਸੋ ਆਓ ਮਿਲ ਕੇ ਇਸ ਛਵੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਗਲਤ ਕੰਸਲਟੈਂਟਸ ਕੋਲ ਕੇਸ ਨਾ ਲਗਵਾਈਏ, ਗਲਤ ਡਾਕੂਮੈਂਟਸ ਦੇ ਬੇਸ ਤੇ ਕੇਸ ਨਾ ਲਗਵਾਈਏ, ਸਹੀ ਡਾਕੂਮੈਂਟਸ ਦੇ ਬੇਸ ਤੇ ਸਹੀ ਏਜੰਟਸ ਕੋਲ ਕੇਸ ਲਗਵਾਈਏ। ਤੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਲੀਗਲੀ ਜਿਹੜਾ ਬੱਚਾ ਜਾਂਦਾ ਹੈ ਉਹ ਪੂਰੀ ਜ਼ਿੰਦਗੀ ਚੈਨ ਦੀ ਨੀਂਦ ਸੌਂਦਾ ਹੈ, ਕਦੀ ਵੀ ਡਿਪੋਰਟ ਨਹੀਂ ਹੁੰਦਾ ਔਰ ਉੱਥੇ ਜਾ ਕੇ PR ਔਰ ਸਿਟੀਜ਼ਨਸ਼ਿਪ ਵਰਗੀਆਂ ਜਿਹੜੀਆਂ ਮਿਲਦੀਆਂ ਹੈ ਉਹਨਾਂ ਨੂੰ ਰਿਸੋਰਸਿਸ ਉਹਨਾਂ ਨੂੰ ਇੰਜੋਏ ਕਰਦਾ ਹੈ। ਜੀ ਸੋ ਸਾਹਿਬ ਕਈ ਵਿਦਿਆਰਥੀ ਇਹੋ ਜਿਹੇ ਵੀ ਆ ਜਿਹੜੇ ਰਿਕੁਆਇਰਮੈਂਟਸ ਆਪਣੇ ਪੂਰੀਆਂ ਨਹੀਂ ਕਰ ਪਾਉਂਦੇ। ਸੋ ਉਹਨੂੰ ਲੈ ਕੇ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਕਿ ਵਿਦਿਆਰਥੀ ਕੁਝ ਸਮਾਂ ਇੱਥੇ ਪੜ੍ਹੇਗਾ, ਉਸ ਤੋਂ ਬਾਅਦ ਉਹਨੂੰ ਟ੍ਰਾਂਸਫਰ ਕਰਕੇ ਵਿਦੇਸ਼ਾਂ ਵਿੱਚ ਭੇਜ ਦਿੱਤਾ ਜਾਵੇਗਾ। ਸੋ ਥੋੜੀ ਜਿਹੀ ਜਾਣਕਾਰੀ ਉਸ ਬਾਰੇ ਕਿ ਪਿਰਾਮਿਡ ਕਾਲਜ ਵਿੱਚ ਕਿਹੜੇ ਕੋਰਸ ਕਰਵਾਏ ਜਾਂਦੇ ਨੇ, ਕਿੰਨੀਆਂ ਸੀਟਸ ਲੈਫਟ ਨੇ ਔਰ ਵਿਦਿਆਰਥੀ ਪਾਥਵੇ ਕਰਕੇ ਕਿੱਥੇ ਜਾ ਸਕਦਾ, ਕੀ ਬੈਨੀਫਿਟਸ ਲੈ। ਮਨੀਸ਼, ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਸੋ ਜਦੋਂ ਵੀ ਮੈਂ ਇਹ ਨਾਮ ਲੈਂਦਾ ਮੇਰਾ ਖੁਸ਼ੀ ਨਾਲ ਛਾਤੀ ਮੇਰੀ ਚੌੜੀ ਹੋ ਜਾਂਦੀ ਹੈ ਬਿਕੋਜ਼ ਜਿੱਥੇ ਆਪਾਂ ਬੱਚਿਆਂ ਨੂੰ ਸਿਰਫ ਵਿਦੇਸ਼ਾਂ ਵਿੱਚ ਭੇਜ ਕੇ ਉਹਨਾਂ ਦੇ ਭਵਿੱਖ ਬਣਾ ਰਹੇ ਸੀ, ਹੁਣ ਪੰਜਾਬ ਵਿੱਚ ਆਪਾਂ ਇੱਕ ਅਜਿਹਾ ਕਾਲਜ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਹਿੰਦੁਸਤਾਨ ਵਿੱਚ ਵੀ ਨੌਕਰੀਆਂ ਦਿਵਾਉਣ ਵਿੱਚ ਮਦਦ ਕਰਾਂਗੇ ਔਰ ਜਿਹੜੇ ਬੱਚੇ ਬਾਹਰ ਜਾ ਕੇ ਆਪਣੀ ਪੜ੍ਹਾਈ ਕੰਟੀਨਿਊ ਕਰਨਾ ਚਾਹੁੰਦੇ ਆ, ਬਾਹਰ ਜਾ ਕੇ ਡਿਗਰੀਆਂ ਕਰਨਾ ਚਾਹੁੰਦੇ, ਬਾਹਰ ਜਾ ਕੇ ਨੌਕਰੀ ਲੈਣਾ ਚਾਹੁੰਦੇ ਹੈ, ਉਹਨਾਂ ਬੱਚਿਆਂ ਲਈ ਵੀ ਹੁਣ ਨਵੇਂ ਅਵਸਰ ਖੁੱਲ ਚੁੱਕੇ ਹੈ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ 1 ਤੇ ਸਿਚੁਏਟਡ ਹੈ। ਫਗਵਾੜੇ ਤੋਂ 5 ਮਿੰਟ ਪਹਿਲੇ ਦਾ ਡਿਸਟੈਂਸ ਤੇ ਅਵੇਲੇਬਲ ਹੈ। ਮੇਨ GT ਰੋਡ ਤੇ ਸਿਚੁਏਟਡ ਹੈ। ਮੇਰੇ ਫਾਦਰ ਪ੍ਰੋਫੈਸਰ ਜਤਿੰਦਰ ਸਿੰਘ ਬੇਦੀ ਜਿਨ੍ਹਾਂ ਨੂੰ ਲਗਭਗ 40 ਸਾਲ ਟੀਚਿੰਗ ਦਾ ਪੜ੍ਹਾਉਣ ਦਾ ਤਜਰਬਾ ਰਿਹਾ ਹੈ, ਉਹ ਇਸ ਕਾਲਜ ਦੇ ਪ੍ਰਧਾਨ ਹੈ ਔਰ ਬਹੁਤ ਕੁਆਲੀਫਾਈਡ ਪ੍ਰੋਫੈਸਰਸ ਦੀ ਦੇਖ ਰੇਖ ਵਿੱਚ ਇਹ ਕਾਲਜ ਚੱਲ ਰਿਹਾ ਹੈ। UGC ਨੈਟ ਕੁਆਲੀਫਾਈਡ PhD ਪ੍ਰੋਫੈਸਰਸ, PhD ਡਾਇਰੈਕਟਰਸ ਦੀ ਦੇਖ ਰੇਖ ਵਿੱਚ ਇਹ ਕਾਲਜ ਚੱਲ ਰਿਹਾ ਹੈ। ਸੋ ਮੇਰਾ ਇਹ ਵਾਅਦਾ ਹੈ ਕਿ ਜਿਹੜਾ ਬੱਚਾ ਵੀ ਪਿਰਾਮਿਡ ਕਾਲਜ ਵਿੱਚ ਦਾਖਲਾ ਲਏਗਾ, ਜੇ ਉਹ ਹਿੰਦੁਸਤਾਨ ਵਿੱਚ ਅੱਗੇ ਫਰਦਰ ਸਟੱਡੀਜ਼ ਇਨਹੈਂਸ ਕਰਨਾ ਚਾਹੁੰਦਾ ਹੈ ਜਾਂ ਪੰਜਾਬ ਦੇ ਵਿੱਚ ਇੱਕ ਚੰਗੀ ਨੌਕਰੀ ਲੱਭਣਾ ਚਾਹੁੰਦਾ ਹੈ ਜਾਂ ਬਾਹਰ ਜਾ ਕੇ ਨੌਕਰੀ ਕਰਨਾ ਚਾਹੁੰਦਾ ਹੈ ਜਾਂ ਆਪਣੀ ਡਿਗਰੀ ਕੰਪਲੀਟ ਕਰਨਾ ਚਾਹੁੰਦਾ ਹੈ ਤੇ ਇਹ ਕਾਲਜ ਸਾਡੇ ਸਾਰੇ ਬੱਚਿਆਂ ਦਾ ਸੁਪਨਾ ਸਾਕਾਰ ਕਰੇਗਾ। ਕਿਹੜੇ ਪ੍ਰੋਗਰਾਮ ਹੈ ਮੈਨੇਜਮੈਂਟ ਦੇ ਰਿਲੇਟਡ MBA ਪ੍ਰੋਗਰਾਮ ਹੈ। MBA ਬੇਸਿਕਲੀ ਸਪੈਸ਼ਲਾਈਜੇਸ਼ਨ ਹੈ IT ਦੇ ਵਿੱਚ, ਮਾਰਕੀਟਿੰਗ ਦੇ ਵਿੱਚ, ਫਾਈਨੈਂਸ ਦੇ ਵਿੱਚ ਤੇ ਹਿਊਮਨ ਰਿਸੋਰਸਿਸ ਦੇ ਵਿੱਚ। ਸੋ MBA ਵਿੱਚ 4 ਸਪੈਸ਼ਲਾਈਜੇਸ਼ਨਸ ਹੈ। ਖਾਸੀਅਤ ਕੀ ਰਹੇਗੀ MBA ਦੀ ਕਿ ਇੰਟਰਨਸ਼ਿਪਸ ਰਹਿਣਗੀਆਂ, ਸਮਰ ਇੰਟਰਨਸ਼ਿਪਸ ਰਹੇਗੀ, ਕੈਨੇਡਾ ਦੇ ਵਿੱਚ ਸਮਰ ਇੰਟਰਨਸ਼ਿਪ ਪ੍ਰੋਗਰਾਮ ਰਹੇਗਾ, US ਦੇ ਵਿੱਚ। ਸੋ ਜਿਹੜੇ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਸਾਡੀ MBA ਸਿਰਫ ਪੰਜਾਬ ਦੇ ਵਿੱਚ ਕਨਫਾਈਨਡ ਹੋ ਕੇ ਰਹਿ ਗਈ ਹੈ, ਸਾਨੂੰ ਬਾਹਰ ਦਾ ਕੋਈ ਤਜਰਬਾ ਨਹੀਂ ਮਿਲਦਾ, ਇੰਡਸਟਰੀ ਦਾ ਕੋਈ ਤਜਰਬਾ ਨਹੀਂ ਮਿਲਦਾ, ਸੋ ਪਿਰਾਮਿਡ ਰਾਹੀਂ ਜੇ ਤੁਸੀਂ MBA ਕਰਦੇ ਹੋ, AICTE ਸਭ ਤੋਂ ਵੱਡਾ ਐਡਵਾਂਟੇਜ ਆਇਆ ਹੈ ਕਿ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਵੱਲੋਂ ਅਪਰੂਵਡ MBA ਪ੍ਰੋਗਰਾਮ ਹੈ। ਸੋ AICTE ਮਾਨਤਾ ਪ੍ਰਾਪਤ ਪ੍ਰੋਗਰਾਮ ਹੈ। ਜੇ ਇਹਦੇ ਰੂ ਤੁਸੀਂ MBA ਕਰਦੇ ਹੋ ਤੇ ਇੱਕ ਅੱਛੀ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਤਾਂ ਮਿਲੇਗੀ ਹੀ ਮਿਲੇਗੀ, ਵਿਦੇਸ਼ਾਂ ਵਿੱਚ ਜਾਣ ਦੇ ਅਵਸਰ ਵੀ ਤੁਹਾਡੇ ਲਈ ਖੁੱਲਣਗੇ। ਇਸ ਤੋਂ ਇਲਾਵਾ BBA ਔਰ BCom ਪ੍ਰੋਗਰਾਮ ਵੀ ਹੈ। BBA BCom ਪ੍ਰੋਗਰਾਮ 2 ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇੱਕ PTU ਦੇ ਥਰੂ ਐਫੀਲੀਏਸ਼ਨ ਹੈ, ਸੋ PTU ਐਫੀਲੀਏਟਡ ਡਿਗਰੀ ਤੁਸੀਂ ਇੱਥੇ ਸਾਡੇ ਨਾਲ ਕਰ ਸਕਦੇ ਹੋ। ਅਦਰਵਾਈਜ਼ PTU ਦੀ ਪੜ੍ਹਾਈ
ਪੜ੍ਹਾਈ ਹੀ ਫਰਦਰ ਕ੍ਰੈਡਿਟ ਟ੍ਰਾਂਸਫਰ ਦੇ ਥਰੂ ਤੁਸੀਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਔਰ ਫੈਨਸ਼ੋ ਕਾਲਜਸ ਵਰਗੀਆਂ ਉੱਚ ਕੋਟੀ ਦੀ ਸੰਸਥਾਵਾਂ ਜੋ ਕਿ ਕੈਨੇਡਾ ਦੇ ਟੌਪ ਮੋਸਟ ਯੂਨੀਵਰਸਿਟੀ ਔਰ ਕਾਲਜਸ ਹੈ, ਉੱਥੇ ਵੀ ਜਾ ਕੇ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰਕੇ ਕੈਨੇਡੀਅਨ ਡਿਗਰੀ ਹਾਸਲ ਕਰ ਸਕਦੇ ਹੋ, ਵਰਕ ਪਰਮਿਟ ਹਾਸਲ ਕਰ ਸਕਦੇ ਹੋ। ਸੋ ਬਿਜ਼ਨਸ ਵਿੱਚ ਵੀ ਸਾਡੇ ਕੋਲ ਕੈਨੇਡਾ ਵਿੱਚ ਜਾਣ ਦੀ ਓਪਰਚੁਨਿਟੀ ਹੈ, ਨਿਊਜ਼ੀਲੈਂਡ ਵਿੱਚ ਜਾਣ ਦੀ ਓਪਰਚੁਨਿਟੀ ਹੈ, ਆਸਟ੍ਰੇਲੀਆ ਵਿੱਚ ਜਾਣ ਦੀ ਓਪਰਚੁਨਿਟੀ ਹੈ। ਇਹ ਤੋਂ ਇਲਾਵਾ ਬੈਚਲਰ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ, ਜਿਹਦੇ ਵਿੱਚ ਆਸਟ੍ਰੇਲੀਆ ਵਿੱਚ ਤੁਸੀਂ ਜਾ ਸਕਦੇ ਹੋ। 3 ਸਾਲ ਦੀ ਬੈਚਲਰਸ ਡਿਗਰੀ ਹੈ ਔਰ ਇੱਕ ਅਨੁਮਾਨ ਲਗਾਇਆ ਗਿਆ ਹੈ ਕਿ ਆਉਣ ਵਾਲੇ ਅਗਲੇ 3 ਸਾਲਾਂ ਵਿੱਚ ਹੋਟਲ ਮੈਨੇਜਮੈਂਟ ਦੀ ਡਿਮਾਂਡ ਇੰਨੀ ਵਧਣ ਵਾਲੀ ਹੈ ਕਿ 200% ਇੰਪਲੋਇਮੈਂਟ ਰੇਟ ਰਹੇਗਾ ਜਿਹੜਾ ਹੋਟਲ ਮੈਨੇਜਮੈਂਟ ਦੀ ਬੱਚਾ ਡਿਗਰੀ ਕਰ ਰਿਹਾ ਹੈ। ਸੋ ਪਿਰਾਮਿਡ ਕਾਲਜ ਇੱਕ ਇੰਟਰਨੈਸ਼ਨਲ ਲੈਵਲ ਦੀ ਕੁਜ਼ੀਨਸ ਆਫਰ ਕਰੇਗਾ, ਇੰਟਰਨੈਸ਼ਨਲ ਲੈਵਲ ਦੇ ਸਰਟੀਫਿਕੇਸ਼ਨ ਪ੍ਰੋਗਰਾਮਸ ਆਪਣੇ ਹੋਟਲ ਮੈਨੇਜਮੈਂਟ ਦੇ ਪ੍ਰੋਗਰਾਮ ਵਿੱਚ ਆਫਰ ਕਰੇਗਾ। ਨਾਲ ਦੀ ਨਾਲ ਐਨੀਮੇਸ਼ਨ ਔਰ ਮਲਟੀਮੀਡੀਆ ਡਿਗਰੀ ਵੀ ਕਰਵਾਈ ਜਾ ਰਹੀ ਹੈ। ਅਗੇਨ PTU ਐਫੀਲੀਏਟਡ ਪ੍ਰੋਗਰਾਮਸ ਹੈ ਸਾਰੇ, ਜੋ ਕਿ ਅੱਗੇ ਫਰਦਰ ਤੁਹਾਨੂੰ ਗਵਰਨਮੈਂਟ ਜੌਬਸ ਵਿੱਚ ਔਰ ਅੱਗੇ ਹਾਇਰ ਐਜੂਕੇਸ਼ਨ ਵਿੱਚ ਮਦਦ ਤਾਂ ਕਰਨਗੇ। ਫੋਰਨ ਯੂਨੀਵਰਸਿਟੀਜ਼ ਜਿਹਦੇ ਨਾਲ ਸਾਡੇ ਤਾਲੁਕਾਤ ਹੋ ਚੁੱਕੇ ਹੈ, ਜਿਵੇਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਫੈਨਸ਼ੋ ਕਾਲਜ, ਵਾਇਰਾਰਕੀ ਕਾਲਜ ਔਰ ਕਈ ਉੱਚ ਕੋਟੀ ਦੀ US ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਸੰਸਥਾਵਾਂ ਵੀ ਸਾਡੇ ਨਾਲ ਜੁੜ ਚੁੱਕੀਆਂ ਹੈ। ਸੋ ਪਿਰਾਮਿਡ ਦੀ ਕੋਸ਼ਿਸ਼ ਇਹੀ ਹੈ ਕਿ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਹਿੰਦੁਸਤਾਨ ਔਰ ਪੰਜਾਬ ਵਿੱਚ ਤਾਂ ਨੌਕਰੀਆਂ ਦੇ ਤੁਹਾਡੇ ਲਈ ਅਵਸਰ ਖੁੱਲਣਗੇ, ਵਿਦੇਸ਼ ਜਾਣ ਦੇ ਰਸਤੇ ਵੀ ਜ਼ਰੂਰ ਖੁੱਲਣਗੇ ਜੀ। ਸੋ ਦੇਖਣ ਵਾਲੇ ਦਰਸ਼ਕਾਂ ਨੂੰ ਦੱਸ ਦਈਏ ਕਿ ਪਿਰਾਮਿਡ ਸਰਵਿਸਿਜ਼ ਤੋਂ ਸਰਦਾਰ ਪਵਨੂਰ ਸਿੰਘ ਬੇਦੀ ਜੀ ਨਾਲ ਗੱਲਬਾਤ ਕਰ ਰਹੇ ਸੀ। ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਪਿਰਾਮਿਡ ਕਾਲਜ ਬਾਰੇ ਜਾਣਕਾਰੀ ਚਾਹੁੰਦੇ ਹੋ, ਟੀਵੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ। ਸੋ ਦਰਸ਼ਕੋ, ਤੁਹਾਨੂੰ ਲੈ ਕੇ ਚੱਲਦੇ ਹਾਂ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਦੇ ਪ੍ਰੈਜ਼ੀਡੈਂਟ ਜੀ ਦੇ ਕੋਲ, ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ ਕਿ ਇਸ ਕਾਲਜ ਵਿੱਚ ਕਿਹੜੇ ਕੋਰਸ ਕਰਵਾਏ ਜਾਂਦੇ ਨੇ ਔਰ ਵਿਦਿਆਰਥੀ ਕਿਹੜਾ ਫਾਇਦਾ ਲੈ ਸਕਦੇ ਨੇ। ਆਓ ਦੇਖਦੇ। ਸੋ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਇਸ ਮੰਚ ਤੇ ਅਸੀਂ ਹਰ ਵਾਰ ਤੁਹਾਨੂੰ ਐਕਸਪਰਟਸ ਨਾਲ ਮੁਖਾਤਬ ਕਰਵਾਉਂਦੇ ਹਾਂ। ਜੋ ਅਗਸਤ ਸਤੰਬਰ ਕਰੀਬ ਆਉਂਦਾ ਜਾ ਰਿਹਾ ਤੇ ਉਹ ਤੋਂ ਜਿਹੜਾ ਹੈ ਐਡਮਿਸ਼ਨ ਦਾ ਦੌਰ ਜਿਹੜਾ ਹੈ ਉਹ ਵੱਧਦਾ ਜਾ ਰਿਹਾ। ਦੌਰ ਚੱਲ ਰਿਹਾ ਐਡਮਿਸ਼ਨ ਦਾ, ਚਾਹੇ ਉਹ ਪੰਜਾਬ ਵਿੱਚ ਐਡਮਿਸ਼ਨਸ ਹੋਣ, ਇੰਡੀਆ ਵਿੱਚ ਐਡਮਿਸ਼ਨਸ ਹੋਣ ਜਾਂ ਫਿਰ ਵਿਦੇਸ਼ਾਂ ਵਿੱਚ ਐਡਮਿਸ਼ਨਸ ਹੋਣ। ਸੋ ਪਿਰਾਮਿਡ ਹਰ ਤਰ੍ਹਾਂ ਦੀ ਐਡਮਿਸ਼ਨ ਲਈ ਤੁਹਾਡੇ ਸਹਾਇਕ ਹੈ। ਕੈਨੇਡਾ ਸਟੱਡੀ ਕਰਨ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਸੇ ਵੀ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ, ਪਰ ਕਿਸੇ ਕਾਰਨਾਂ ਕਰਕੇ ਤੁਹਾਡਾ ਵੀਜ਼ਾ ਨਹੀਂ ਲੱਗ ਪਾ ਰਿਹਾ, ਚਾਹੇ ਉਹ ਇਕਨੋਮਿਕ ਫੈਕਟਰ ਹੈ, ਤੁਹਾਡੇ ਕੋਲ ਪੈਸਾ ਪੂਰਾ ਨਹੀਂ ਹੈ ਇਸ ਟਾਈਮ, ਜਾਂ ਤੁਹਾਡੇ ਆਇਲਸ ਦਾ ਸਕੋਰ ਪੂਰਾ ਨਹੀਂ ਹੈ, ਜਾਂ ਫਿਰ ਸਟੱਡੀ ਗੈਪ ਪੈ ਚੁੱਕਾ ਹੈ। ਸੋ ਪਿਰਾਮਿਡ ਨੇ ਆਪਣੇ ਗਰੁੱਪ ਦੇ ਵਿੱਚ ਸ਼ੁਰੂਆਤ ਕਰਨਾ ਹੈ ਕਿ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ ਹੈ। ਸੋ ਉਸ ਕਾਲਜ ਦੇ ਵਿੱਚ ਕੀ ਖਾਸ ਰਹੇਗਾ, ਕਿਵੇਂ ਉਹਨਾਂ ਵਿਦਿਆਰਥੀਆਂ ਲਈ ਇਹ ਕਾਲਜ ਸਹਾਇਕ ਹੋ ਸਕਦਾ ਹੈ ਜਿਹੜੇ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ ਪਰ ਕਿਸੇ ਕਾਰਨਾਂ ਕਰਕੇ ਨਹੀਂ ਜਾ ਪਾ ਰਹੇ। ਅੱਜ ਉਸ ਬਾਬਤ ਗੱਲਬਾਤ ਕਰਾਂਗੇ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਦੇ ਡਾਇਰੈਕਟਰ ਪ੍ਰੋਫੈਸਰ ਜਤਿੰਦਰ ਸਿੰਘ ਬੇਦੀ ਜੀ ਦੇ ਨਾਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਬੇਦੀ ਸਾਹਿਬ, ਬਹੁਤ ਸਵਾਗਤ ਹੈ ਜੀ। ਧੰਨਵਾਦ ਮਨੀਸ਼ ਜੀ। ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ, ਉਹਨਾਂ ਦੇ ਪੇਰੈਂਟਸ ਨੂੰ ਤੇ ਸ਼ੋਅ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਜੀ। ਮੈਂ ਮਨੀਸ਼ ਜੀ ਆਪ ਪ੍ਰੋਫੈਸਰ ਰਿਹਾ, 38 ਸਾਲ ਮੇਰਾ ਟੀਚਿੰਗ ਐਕਸਪੀਰੀਅੰਸ ਹੈ ਤੇ ਮੈਂ ਉਹਨਾਂ ਵਿੱਚ ਆਹ ਹੀ ਦੇਖਦਾ ਰਿਹਾ ਕਿ ਅਸੀਂ ਬੱਚਿਆਂ ਨੂੰ BBA ਕਰਾਤੀ, BCA ਕਰਾਤੀ, BCom ਕਰਾਤੀ, MCom ਵਗੈਰਾ ਜਿੰਨੀਆਂ ਵੀ ਡਿਗਰੀਆਂ ਕਰਾਉਂਦੇ ਆ ਤੇ ਉਹ ਡਿਗਰੀਆਂ ਕਿੰਨੀਆਂ ਸਾਰਥਕ ਹੁੰਦੀਆਂ। ਉਸੇ ਮੰਤਵ ਨੂੰ ਮੁੱਖ ਰੱਖ ਕੇ ਅਸੀਂ ਇਸ ਕਾਲਜ ਦਾ ਆਗਾਜ਼ ਕੀਤਾ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ ਵਿੱਚ ਬਾਹਰ ਜਾਣ ਦੀ ਬਹੁਤ ਕਰੇਜ਼ ਹੈ ਤੇ ਕਈ ਬਹੁਤੇ ਕਾਰਨਾਂ ਕਰਕੇ ਜਿਹੜੇ ਕੁਛ ਇਮੀਗ੍ਰੇਸ਼ਨ ਕੰਪਨੀ ਕੋਲ, ਟਰੈਵਲ ਏਜੰਟ ਕੋਲ ਸਟੂਡੈਂਟ ਵੀਜ਼ਾ ਲਵਾਉਣ ਜਾਂਦੇ ਆ, ਉਹ ਸਟੂਡੈਂਟ ਵੀਜ਼ੇ ਦੀ ਰਿਫਿਊਜ਼ਲ ਹੋ ਜਾਂਦੀ ਹੈ। ਤੇ ਅਸੀਂ ਜੇ ਇਹੋ ਜਿਹੀ ਯੂਨੀਵਰਸਿਟੀ ਨਾਲ ਟਾਈ ਅਪ ਕੀਤਾ ਹੈ ਕਿ ਜਿਹੜੇ ਸਾਨੂੰ ਟਾਈਮ ਸਾਡੇ ਕ੍ਰੈਡਿਟ ਟ੍ਰਾਂਸਫਰ ਕਰਦੇ ਆ, ਸਾਨੂੰ ਟਾਈਮ ਦਿੰਦੇ ਆ, ਸਾਡੇ ਵਿਦਿਆਰਥੀ ਨੂੰ ਐਕਸੈਪਟ ਕਰਨਗੇ ਕਿ 2 ਸਾਲ ਵਿਦਿਆਰਥੀ ਇੱਥੇ ਪੜ੍ਹਾਈ ਕਰ ਲੈਣ, 2 ਸਾਲ ਵਿਦਿਆਰਥੀ ਬਾਹਰ ਪੜ੍ਹਾਈ ਕਰ ਲੈਣ। ਆਹ ਕੋਰਸਿਸ ਅਸੀਂ BBA ਵਿੱਚ, BCA ਵਿੱਚ, BCom ਵਿੱਚ, MSc IT ਵਿੱਚ, MBA ਵਿੱਚ, ਹਰ ਕਲਾਸ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਅਰੇਂਜਮੈਂਟ ਕੀਤਾ, ਫੋਰਨ ਯੂਨੀਵਰਸਿਟੀ ਨਾਲ ਟਾਈ ਅਪ ਕੀਤਾ ਹੈ ਕਿ ਵਿਦਿਆਰਥੀਆਂ ਦਾ ਬਾਹਰ ਜਾਣ ਦਾ ਸੁਪਨਾ ਵੀ ਸਾਕਾਰ ਹੋ ਜਾਂਦਾ ਹੈ। ਐਂਡ ਨੰਬਰ 2, ਡਿਗਰੀ ਸਿਰਫ ਇੱਕ ਮਹਿਜ਼ ਕਾਗਜ਼ ਦਾ ਟੁਕੜਾ ਬਣ ਕੇ ਉਹਨਾਂ ਦੇ ਹੱਥ ਵਿੱਚ ਨਹੀਂ ਰਹਿੰਦੀ, ਬਲਕਿ ਉਹ ਡਿਗਰੀ ਉਹਨਾਂ ਦੇ ਇੱਕ ਫਿਊਚਰ ਵਿੱਚ ਉਹਨਾਂ ਦੀ ਹੈਲਪਫੁਲ ਲਈ ਸਹਾਇਕ ਹੁੰਦੀ ਹੈ, ਉਹਨਾਂ ਦੇ ਫਿਊਚਰ ਵਾਸਤੇ ਲਾਹੇਵੰਦ ਉਹ ਡਿਗਰੀ ਹੁੰਦੀ ਹੈ। ਤੇ ਇਸ ਤਰ੍ਹਾਂ ਦੀ ਸਾਨੂੰ ਯੂਨੀਵਰਸਿਟੀਜ਼ ਨੇ, ਫੋਰਨ ਯੂਨੀਵਰਸਿਟੀਜ਼ ਨੇ ਸਾਨੂੰ ਇਹਦੇ ਨਾਲ ਸਾਨੂੰ ਸਪੋਰਟ ਦਿੱਤੀ ਤੇ ਸਾਨੂੰ ਹੁੰਗਾਰਾ ਮਿਲਿਆ। ਕਈ ਕਾਰਨਾਂ ਕਰਕੇ ਬੱਚੇ ਬਾਹਰ ਨਹੀਂ ਜਾ ਸਕਦੇ, ਕੋਈ ਪੈਸਿਆਂ ਦੀ ਪ੍ਰੋਬਲਮ ਹੈ, ਫਾਈਨੈਂਸ਼ੀਅਲ ਪ੍ਰੋਬਲਮ ਹੈ ਬੱਚਿਆਂ ਦੀ, ਫਿਰ ਬੱਚਿਆਂ ਦਾ ਕਈ ਵਾਰੀ ਗੈਪ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਕਈ ਵਾਰੀ ਬੱਚਿਆਂ ਦੇ ਆਈਲੈਟ ਵਿੱਚ ਮਾਰਕਸ ਘੱਟ ਆ ਜਾਂਦੇ ਆ। ਆਹ ਸਾਰੇ ਫੈਕਟਰ ਸਟੂਡੈਂਟ ਵੀਜ਼ੇ ਵਾਸਤੇ ਉਹਨਾਂ ਲਈ ਇੱਕ ਨੈਗੇਟਿਵ ਜਿਹੜੀ ਸੀੜੀ ਬਣਦੇ ਆ ਤੇ ਉਹਨਾਂ ਦੇ ਬਾਹਰ ਜਾਣ ਦੇ ਸੁਪਨੇ ਵਿੱਚ ਰੁਕਾਵਟ ਹੁੰਦੀ ਹੈ। ਤੇ ਅਸੀਂ ਕਾਲਜ ਵਿੱਚ ਇਨਸ਼ੋਰ ਕੀਤਾ ਹੈ ਕਿ ਆਹ ਸਾਰੇ ਜਿਹੜੇ ਫੈਕਟਰ ਮੈਂ ਬੋਲੇ ਆ, ਇੱਕ ਫਾਈਨੈਂਸ਼ੀਅਲ, ਉਹਨਾਂ ਦੀ ਇਕਨੋਮਿਕ ਸਟੇਟਸ, ਦੂਆ ਆਈਲੈਟ ਸਕੋਰ ਐਂਡ ਨੰਬਰ 3 ਗੈਪ, ਸਟੱਡੀ ਗੈਪ। ਤੇ ਉਹ ਅਸੀਂ ਇਹਨਾਂ ਯੂਨੀਵਰਸਿਟੀਜ਼ ਨਾਲ ਮਿਲ ਕੇ ਇਹਨਾਂ
ਤਿੰਨਾਂ ਚੀਜ਼ਾਂ ਦੇ ਤਿੰਨੇ ਮੈਲਡੀਜ਼ ਜਿਵੇਂ ਰੋਗ ਕਹਿੰਦੇ ਆਪਾਂ ਤਿੰਨਾਂ ਰੋਗਾਂ ਨੂੰ ਤਿੰਨੇ ਬਿਮਾਰੀਆਂ ਨੂੰ ਅਸੀਂ ਰਿਮੂਵ ਕਰਕੇ ਬੱਚਿਆਂ ਨੂੰ ਇਸ ਪੱਧਰ ਤੇ ਲੈ ਆਵਾਂਗੇ ਕਿ ਉਹਨਾਂ ਨੂੰ ਅਸੀਂ 2 ਸਾਲ ਇੱਥੇ ਸਟੱਡੀ ਕਰਾਵਾਂਗੇ, 2 ਸਾਲ ਬਾਹਰ ਸਟੱਡੀ ਕਰਕੇ ਉਹਨਾਂ ਨੂੰ ਵਰਕ ਪਰਮਿਟ ਵੀ ਉਸ ਤਰ੍ਹਾਂ ਹੀ ਮਿਲੇਗਾ ਜਿਵੇਂ ਉਹਨਾਂ ਨੇ 4 ਸਾਲ ਹੀ ਬਾਹਰ ਲਗਾਏ ਹੋਣ। ਤੇ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਜਿਹੜਾ ਹਰ ਇੱਕ ਦਾ ਸੁਪਨਾ ਹੁੰਦਾ ਕਿ ਜੇ ਮੈਂ ਬਾਹਰ ਆਇਆ ਮੈਂ ਬਾਹਰ ਵਾਸਤੇ ਪੈਸੇ ਖਰਚੇ ਹੈ ਕਿ ਵਿਲ ਆਈ ਬੀ ਏਬਲ ਟੂ ਗੈਟ PR ਇਨ ਕੈਨੇਡਾ ਔਰ ਆਸਟ੍ਰੇਲੀਆ ਔਰ ਇਨ ਨਿਊਜ਼ੀਲੈਂਡ। ਮੈਂ ਅੱਜ ਤੁਹਾਨੂੰ ਮਨੀਸ਼ ਜੀ ਸਾਰੇ ਕੰਟਰੀਜ਼ ਬਾਰੇ ਦੱਸੂਗਾ ਕਿ ਸਾਡੇ ਕੋਲ ਕਿਹੜੇ ਇਹੋ ਜਿਹੇ ਪ੍ਰੋਗਰਾਮ ਹੈ ਜਿਹੜੇ ਕੈਨੇਡਾ ਵਿੱਚ ਵੀ, ਆਸਟ੍ਰੇਲੀਆ ਵਿੱਚ ਵੀ ਤੇ ਨਿਊਜ਼ੀਲੈਂਡ ਵਿੱਚ ਵੀ ਸਹਾਈ ਹੋ ਸਕਦੇ ਜੀ। ਸੋ ਪ੍ਰੋਫੈਸਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ 2 ਸਾਲ ਵਿਦਿਆਰਥੀ ਇੱਥੇ ਕਾਲਜ ਵਿੱਚ ਪੜ੍ਹੇਗਾ, ਬਾਕੀ ਰਹਿੰਦੇ 2 ਸਾਲ ਜਿਹੜੇ ਆ ਉਹ ਕੈਨੇਡਾ ਵਿੱਚ ਪੜ੍ਹਾਈ ਕਰੇਗਾ। ਕੀ ਇਹ 4 ਸਾਲ ਦੀ ਜਿਹੜੀ ਕੈਨੇਡਾ ਵਿੱਚ ਡਿਗਰੀ ਕਰਵਾਈ ਜਾਂਦੀ ਹੈ ਉਹਦੇ ਜਿਹੜੇ ਪਹਿਲੇ 2 ਸਾਲ ਉਹ ਇੰਡੀਆ ਵਿੱਚ ਪੰਜਾਬ ਵਿੱਚ ਪਿਰਾਮਿਡ ਕਾਲਜ ਵਿੱਚ ਪੜ੍ਹੇਗਾ ਜਾਂ ਪਿਰਾਮਿਡ ਦੀ ਕੋਈ ਹੋਰ ਸਟੱਡੀ ਹੈ ਉਸ ਤੋਂ ਬਾਅਦ ਉਹਦਾ ਵੀਜ਼ਾ ਲਵਾ ਕੇ ਬਾਕੀ 2 ਸਾਲ ਉੱਥੇ ਪੜ੍ਹਾਏ ਜਾਣਗੇ? ਬਿਲਕੁਲ ਜੀ। ਆ ਸਟੂਡੈਂਟ ਦੇ ਦਿਮਾਗ ਦੇ ਵਿੱਚ ਜਦੋਂ ਅਸੀਂ ਪੇਪਰ ਦੇ ਵਿੱਚ ਆਉਂਦਾ ਜਾਂ ਮੈਂ ਬੋਲਦਾ ਜਾਂ ਕੋਈ ਹੋਰ ਕਿਸੇ ਸੋਰਸ ਤੋਂ ਪਤਾ ਲੱਗਦਾ ਵਿਦਿਆਰਥੀਆਂ ਨੂੰ ਉਹਨਾਂ ਦੇ ਦਿਮਾਗ ਦੇ ਵਿੱਚ ਸ਼ੰਕਾ ਹੁੰਦੀ ਹੈ ਕਿ ਇਹਦੇ ਬਾਰੇ ਕੀ ਸਿਸਟਮ ਹੈ, ਕੀ ਇਹਨਾਂ ਨੇ ਪੈਰਾਮੀਟਰ ਅਡਾਪਟ ਕੀਤਾ ਹੈ, ਕੀ ਇਹਨਾਂ ਨੇ ਇਸ ਗੱਲ ਬਾਰੇ ਵਰਟੀਕਲ ਕੀ ਅਡਾਪਟ ਕੀਤੇ ਹੈ। ਮੈਂ ਤੁਹਾਨੂੰ ਇਸ ਬਾਰੇ ਕਲੀਅਰ ਕਰ ਦੇਵਾਂ ਕਿ ਅਸੀਂ ਜਿਹੜੇ ਯੂਨੀਵਰਸਿਟੀ ਨਾਲ ਸਾਡਾ ਪਹਿਲਾਂ ਸਿਰਫ BCA ਦਾ ਟਾਈ ਅਪ ਸੀ ਫਰੇਜ਼ਰ ਵੈਲੀ ਯੂਨੀਵਰਸਿਟੀ ਨਾਲ। ਹੁਣ ਥੋੜ੍ਹੇ ਦਿਨ ਪਹਿਲਾਂ ਜਿਉਂ ਐਡਮਿਸ਼ਨ ਦੇ ਦਿਨ ਖਤਮ ਹੋਣ ਦੀ ਟਾਈਮ ਆ ਰਿਹਾ ਉਹਨਾਂ ਦਿਨਾਂ ਵਿੱਚ ਅਸੀਂ ਵੀ ਜ਼ਿਆਦਾ ਜ਼ੋਰ ਲਾਇਆ ਬਾਹਰਲੀ ਯੂਨੀਵਰਸਿਟੀਜ਼ ਨੂੰ, ਅਸੀਂ ਇਨਸਿਸਟ ਕੀਤਾ ਉਹਨਾਂ ਨੂੰ ਇੱਥੇ ਲੈ ਕੇ ਆਏ ਤੇ ਉਹਨਾਂ ਨਾਲ ਇਸ ਤਰ੍ਹਾਂ ਦੇ ਟਾਈ ਅਪ ਕੀਤੇ ਕਿ ਸਿਰਫ BCA ਹੀ ਨਹੀਂ ਬਲਕਿ BCom ਅਤੇ BBA ਵਿੱਚ ਵੀ ਅਸੀਂ ਗਲੋਬਲ ਪ੍ਰੋਗਰਾਮ ਸਟੱਡੀ ਟ੍ਰਾਂਸਫਰ ਪ੍ਰੋਗਰਾਮ ਲੈਂਦੇ ਆ। ਨਿੱਜੀ ਇਸ ਤਰ੍ਹਾਂ ਕਿ ਜੇ ਇੱਕ ਬੱਚਾ 2 ਸਾਲ ਇੱਥੇ ਲਗਾਉਂਦਾ ਹੈ ਤੇ ਉਹਦੇ 2 ਸਾਲ ਦੇ ਸਾਰੇ ਕ੍ਰੈਡਿਟ ਕੈਨੇਡਾ ਫਰੇਜ਼ਰ ਵੈਲੀ ਯੂਨੀਵਰਸਿਟੀ ਵਿੱਚ ਟਾਈ ਅਪ ਹੋ ਜਾਣਗੇ। ਜਾਂ ਯੂਨੀਵਰਸਿਟੀ ਡਿਗਰੀ 4 ਸਾਲ ਦੀ ਹੁੰਦੀ ਟੋਟਲ? ਹਾਂਜੀ, ਐਗਜ਼ੈਕਟਲੀ ਡਿਗਰੀ 4 ਸਾਲ ਦੀ ਹੁੰਦੀ ਹੈ। ਇੱਥੇ ਆਪਾਂ ਕਹਿੰਦੇ BCA ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ। ਉਹਦੇ ਬਾਅਦ ਆਪਾਂ ਕਹਿੰਦੇ ਕੈਨੇਡਾ ਵਿੱਚ ਇਹਨੂੰ ਕਹਿੰਦੇ ਆ, ਜਿਹੜੇ ਵਿਦਿਆਰਥੀਆਂ ਨੂੰ ਪਤਾ ਹੈ ਉਹਨਾਂ ਦੇ ਕੋਲ ਦੋਸਤ ਫਰੈਂਡਸ ਜਾਂ ਰਜਿਸਟਰ ਪੜ੍ਹਦੇ ਆ ਬਾਹਰ, ਇਹਨੂੰ BCIS ਕਹਿੰਦੇ ਆ, ਬੈਚਲਰ ਆਫ ਕੰਪਿਊਟਰ ਇਨਫੋਰਮੇਸ਼ਨ ਸਿਸਟਮ। ਜਿਹੜਾ ਇੱਥੇ 2 ਸਾਲ ਲਗਾਏਗਾ BCA ਦੇ ਵਿੱਚ ਉਹਨੂੰ ਉੱਥੇ BCIS ਵਿੱਚ ਐਡਮਿਸ਼ਨ ਮਿਲੇਗੀ ਤੇ 2 ਸਾਲ ਦਾ ਬਾਹਰਲਾ ਮਤਲਬ ਹੈ ਵੀ ਉਹਦੇ ਜੇ ਉਹ ਉੱਥੇ ਬਾਹਰ ਜਾਂਦਾ ਤੇ ਉਹਨੂੰ 4 ਸਾਲ ਲਗਾਉਣੇ ਪੈਣੇ ਸੀ, ਹੁਣ ਉਹ ਸਿਰਫ 2 ਸਾਲ ਬਾਹਰ ਲਗਾਏਗਾ। 2 ਸਾਲ ਬਾਹਰ ਲਗਾਉਣ ਦੇ ਨਾਲ ਉਹਦੇ ਜਿਹੜੇ ਇੰਡੀਆ ਵਿੱਚ ਉਹਨੇ ਟਾਈਮ 2 ਸਾਲ ਸਾਡੇ ਨਾਲ ਸਪੈਂਡ ਕੀਤਾ ਹੈ he has acclimatized himself ਨਾਲ ਤੇ ਉਹਨੇ ਆਪਣੇ ਆਪ ਨੂੰ ਢਾਲ ਲਿਆ ਵੀ ਕੈਨੇਡਾ ਜਾ ਕੇ ਮੈਨੂੰ ਕੀ ਕਰਨਾ ਪੈਂਦਾ ਹੈ। 4 ਸਾਲ ਦੀ ਡਿਗਰੀ ਵਿੱਚ 2 ਸਾਲ ਉਹ ਪਿਰਾਮਿਡ ਕਾਲਜ ਵਿੱਚ ਪੜ੍ਹੇਗਾ, ਜੋ 2 ਸਾਲ ਦੀ ਸਟੱਡੀ ਕੰਪਲੀਟ ਕਰ ਲੈਂਦਾ ਬਾਕੀ ਰਹਿੰਦੇ 2 ਸਾਲ ਉਹ ਕੈਨੇਡਾ ਵਿੱਚ ਜਾ ਕੇ ਕੈਨੇਡਾ ਵਿੱਚ ਪੜ੍ਹੇਗਾ। ਸਿਰਫ ਪੜ੍ਹਾਈ ਨਹੀਂ ਬਲਕਿ ਉਹਦੇ ਨਾਲ ਉਹਦੀ ਜਿਵੇਂ ਫੀਸ ਹੈ $8,000 ਜਾਂ $10,000 ਫੀਸ ਹੈ, ਲਿਵਿੰਗ ਐਕਸਪੈਂਸਿਸ ਹੈ, ਬਾਕੀ ਐਕਸਪੈਂਸਿਸ ਹੈ। ਹੀ ਵਿਲ ਬੀ ਸੇਵਿੰਗ ਟੂ ਦਾ ਟਿਊਨ ਆਫ $40,000 ਆਫ 2 years ਜਿਹੜੇ ਉਹਨੇ ਇੰਡੀਆ ਵਿੱਚ ਲਾਏ ਆ। ਉਹ $40,000 ਬਚ ਗਏ। ਡਿਗਰੀ ਉਹਨੂੰ ਕੈਨੇਡਾ ਦੀ ਮਿਲੇਗੀ? ਡਿਗਰੀ ਕੈਨੇਡਾ ਦੀ ਉਸ ਤਰ੍ਹਾਂ ਦੀ ਡਿਗਰੀ ਹੀ ਮਿਲੇਗੀ ਜੇ ਜਦੋਂ ਕਿਸੇ ਸਟੂਡੈਂਟ ਵੀਜ਼ੇ ਦੀ ਕੰਪਨੀ ਕੋਲ ਜਾ ਕੇ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਵਾਉਂਦਾ ਹੈ ਤੇ ਉੱਥੇ 4 ਸਾਲ ਦੀ ਭਰਤੀ ਹੋਣ ਲਈ ਆਪਣਾ ਉੱਥੇ ਕੈਨੇਡਾ ਵਿੱਚ ਕੈਨੇਡਾ ਦੇ ਫਰੇਜ਼ਰ ਵੈਲੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦਾ ਤੇ ਜਿਹੜੀ ਡਿਗਰੀ ਉਹਨੂੰ ਉਦੋਂ ਮਿਲਣੀ ਸੀ ਉਹੀ ਡਿਗਰੀ ਉਹਨੂੰ ਹੁਣ 2 ਸਾਲ ਦੇ ਵਿੱਚ ਸੇਮ ਡਿਗਰੀ ਮਿਲੇਗੀ। ਪਰ ਸਭ ਤੋਂ ਵੱਡੀ ਗੱਲ ਮਨੀਸ਼ ਜੀ ਆ ਹੈ ਕਿ ਇਸ ਡਿਗਰੀ ਦੇ ਨਾਲ ਹੁਣੇ ਹੀ ਸਾਰੀਆਂ ਇਹਨਾਂ ਯੂਨੀਵਰਸਿਟੀਜ਼ ਨੇ ਐਕਸੈਪਟ ਕੀਤਾ ਹੈ ਕਿ ਸਾਡੇ ਉਹ ਸਟੂਡੈਂਟ ਦੇ ਇੱਥੋਂ ਦੇ ਸਾਰੇ ਕ੍ਰੈਡਿਟ ਟ੍ਰਾਂਸਫਰ ਹੋਣਗੇ। ਕ੍ਰੈਡਿਟ ਟ੍ਰਾਂਸਫਰ ਦਾ ਟੈਕਨੀਕਲ ਲਫ਼ਜ਼ ਹੈ, ਇਹਦਾ ਮਤਲਬ ਹੈ ਵੀ ਜੋ ਉਹਨੇ ਇੱਥੇ ਗੁਣ ਪ੍ਰਾਪਤ ਕੀਤੇ ਹੈ, ਉਹਨੇ ਇੱਥੇ ਐਗਜ਼ਾਮ ਦੇ ਵਿੱਚ ਮਾਰਕਸ ਉਹਨੇ ਲਏ ਹੈ, ਉਹਨੇ ਸੈਮੀਨਾਰ ਦੇ ਵਿੱਚ ਉਹਦੀ ਗ੍ਰੇਡਿੰਗ ਇੱਥੇ ਆਈ ਹੈ ਜਾਂ ਉਹਦੇ ਟੀਚਰਸ ਨੇ ਉਹਦੀ ਇਵੈਲੂਏਸ਼ਨ ਇੱਥੇ ਕੀਤੀ ਹੈ, ਦਿਸ ਇਜ਼ ਕਾਲਡ ਕ੍ਰੈਡਿਟ ਟ੍ਰਾਂਸਫਰ। ਉਹਦੇ ਸਾਰੇ ਸਾਡੇ 2 ਸਾਲ ਜਿਹੜੇ ਉਹਨੇ ਲਾਏ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਵਿੱਚ, ਉਹ ਸਾਡੇ 2 ਸਾਲ ਦੇ ਵਿੱਚ ਉਹਦੇ ਜੋ ਉਹਨੇ ਕ੍ਰੈਡਿਟ ਆਪਣੇ ਗੁਣ ਆਪਣੀ ਜੇਬ ਦੇ ਵਿੱਚ ਪਾਏ ਹੈ ਉਹ ਸਾਰੇ ਉਹ ਕੈਨੇਡਾ ਦੀ ਫਰੇਜ਼ਰ ਵੈਲੀ ਯੂਨੀਵਰਸਿਟੀ ਉਹਨਾਂ ਨੂੰ ਐਕਸੈਪਟ ਕਰੇਗੀ। ਉਹਦੇ ਪੂਰੇ 2 ਸਾਲ ਉੱਥੇ ਐਕਸੈਪਟ ਹੋ ਜਾਣਗੇ। ਇਹਦਾ ਮਤਲਬ ਹੈ ਉਹਦੇ 2 ਸਾਲ ਇੱਥੋਂ ਵਾਲੇ ਸਮਝੇ ਜਾਣਗੇ ਕਿ ਜਿਵੇਂ ਉਹ ਕੈਨੇਡਾ ਹੀ ਪੜ੍ਹਿਆ, ਜਿਵੇਂ ਉਹ 2 ਸਾਲ ਵੀ ਕੈਨੇਡਾ ਹੀ ਪੜ੍ਹਿਆ ਜਾਂ 3 ਸਾਲ ਸਿੱਧਾ ਕੈਨੇਡਾ ਉੱਤੇ 3 ਸਾਲ ਸਿੱਧਾ ਕੈਨੇਡਾ ਜਾਏਗਾ ਜੀ। ਸੋ ਅੰਤ ਵਿੱਚ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਪਿਰਾਮਿਡ ਇੱਕ ਉਹ ਗਰੁੱਪ ਆ ਜਿਹਦੇ ਅੰਡਰ 3 ਕੰਪਨੀ ਚੱਲ ਰਹੀਆਂ ਨੇ, ਪਿਰਾਮਿਡ ਰਿਕਰੂਟਮੈਂਟ ਏਜੰਸੀ, ਪਿਰਾਮਿਡ ਸਰਵਿਸਿਜ਼ ਅਤੇ ਹੁਣ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ। ਸੋ ਪਿਰਾਮਿਡ ਸਰਵਿਸਿਜ਼ ਤੁਹਾਡੀ ਸਹਾਇਤਾ ਕਰਦੀ ਹੈ ਜੇਕਰ ਤੁਸੀਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਣਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਜਾਂ ਕਿਸੇ ਵੀ ਕੰਟਰੀ ਵਿੱਚ ਜਾਣਾ। ਜੇਕਰ ਤੁਸੀਂ ਐਲੀਜੀਬਲ ਨਹੀਂ ਹੋ, ਕਿਸੇ ਹੋਰ ਕੰਸਲਟੈਂਟ ਕੋ ਵੀਜ਼ਾ ਰਿਫਿਊਜ਼ ਕਰਾ ਬੈਠੇ ਹੋ, ਤੁਹਾਡੇ ਬੈਂਡ ਸਕੋਰ ਘੱਟ ਹੈ, ਤੁਹਾਡਾ ਗੈਪ ਪੈ ਚੁੱਕਾ ਹੈ ਜਾਂ ਫਾਈਨੈਂਸ਼ੀਅਲ ਸਟਰੋਂਗ ਨਹੀਂ ਹੈ, ਤਾਂ ਪਿਰਾਮਿਡ ਕਾਲਜ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਤਾਂ ਕਿ ਤੁਸੀਂ ਸਾਲ ਜਾਂ 2 ਸਾਲ ਕਾਲਜ ਵਿੱਚ ਪੜ੍ਹੋਗੇ, ਬਾਕੀ ਰਹਿੰਦੀ ਪੜ੍ਹਾਈ ਜਿਹੜੀ ਹੈ ਤੁਹਾਨੂੰ ਵਿਦੇਸ਼ਾਂ ਵਿੱਚ ਕਰਵਾਈ ਜਾਵੇਗੀ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ। ਸੋ ਬੇਦੀ ਸਾਹਿਬ ਨਾਲ ਫਿਰ ਹਾਜ਼ਰ ਹੋਵਾਂਗੇ ਔਰ ਨਵੀਂ ਜਾਣਕਾਰੀ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡਾ ਮੁਖਾਤਿਬ ਹੋਵਾਂਗੇ। ਸੋ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ। ਥੈਂਕ ਯੂ ਦਰਸ਼ਕੋ ਐਂਡ ਥੈਂਕ ਯੂ ਮਨੀਸ਼ ਜੀ।
21ਵੀਂ ਸਦੀ ਵਿੱਚ ਅਸੀਂ ਤਕਨੀਕੀ ਖੇਤਰ 'ਚ ਨਿਤ ਨਵੀਂ ਤਰੱਕੀ ਹੁੰਦੀ ਵੇਖਦੇ ਆ ਰਹੇ ਹਾਂ। ਇਸ ਦੇ ਨਾਲ ਵੱਖ-ਵੱਖ ਖੇਤਰਾਂ 'ਚ ਪੜ੍ਹੇ ਲਿਖੇ ਅਤੇ ਸੂਝਵਾਨ ਨੌਜਵਾਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸਭ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਵਿਦੇਸ਼ੀ ਸਿੱਖਿਆ 'ਚ ਇੱਕ ਜਾਣਿਆ ਪਛਾਣਿਆ ਨਾਂ ਪਿਰਾਮਿਡ ਈ ਸਰਵਿਸਿਜ਼ ਲੈ ਕੇ ਆਏ ਨੇ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ। ਜਲੰਧਰ ਫਗਵਾੜਾ ਹਾਈਵੇ ਤੇ ਬਣਿਆ ਇੱਕ PTU ਐਫੀਲੀਏਟਿਡ ਇੰਸਟੀਟਿਊਸ਼ਨ ਜਿੱਥੇ ਵਿਦਿਆਰਥੀ ਕਰ ਸਕਦੇ ਨੇ ਮੈਨੇਜਮੈਂਟ, IT, ਕਾਮਰਸ, ਹਸਪਿਟੈਲਿਟੀ ਅਤੇ ਐਨੀਮੇਸ਼ਨ ਐਂਡ ਮਲਟੀਮੀਡੀਆ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਸ। ਪ੍ਰੈਜ਼ੀਡੈਂਟ ਰੂਜ਼ਵੈਲਟ ਦੀ ਕੋਟੇਸ਼ਨ ਹੈ ਕਿ ਵੀ ਕੈਨ ਨਾਟ ਬਿਲਡ ਫਿਊਚਰ ਫॉर द ਯੂਥ ਬਟ ਵੀ ਸਰਟਨਲੀ ਕੈਨ ਬਿਲਡ ਯੂਥ ਫॉर द ਫਿਊਚਰ। ਇਹੋ ਹੀ ਵਿਜ਼ਨ ਲੈ ਕੇ, ਇਹੋ ਹੀ ਉਦੇਸ਼ ਲੈ ਕੇ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਨੇ ਵਿਦਿਅਕ ਖੇਤਰ ਦੇ ਵਿੱਚ ਛਲਾਂਗ ਲਗਾਈ ਹੈ। ਸਾਡਾ ਉਦੇਸ਼ ਵਿਦਿਆਰਥੀ ਨੂੰ, ਇੱਕ ਨੌਜਵਾਨ ਨੂੰ ਸਿਰਫ ਐਕੈਡੈਮਿਕ ਸਿੱਖਿਆ ਹੀ ਨਹੀਂ ਦੇਣਾ, ਬਲਕਿ ਉਹਨੂੰ ਇੱਕ ਦੇਸ਼ ਵਾਸਤੇ ਮਹੱਤਵਪੂਰਨ ਕੜੀ, ਇੱਕ ਦੇਸ਼ ਵਾਸਤੇ ਨੇਸ਼ਨ ਬਿਲਡਿੰਗ ਦੀ ਕੜੀ ਤਿਆਰ ਕਰਨਾ ਹੈ। ਜਿੰਨਾ ਜ਼ਿਆਦਾ ਕਿਸੇ ਨੇ ਸਕਸੈਸ ਪ੍ਰਾਪਤ ਕਰਨੀ ਹੈ, ਉਨਾ ਹੀ ਜ਼ਿਆਦਾ ਉਹਨੂੰ ਇੰਪੋਰਟੈਂਟ ਚੈਲੰਜਿਸ, ਉਹਨੂੰ ਹਾਰਡ ਚੈਲੰਜਿਸ ਫੇਸ ਕਰਨੇ ਪੈਂਦੇ ਹਨ। ਪਰ ਵਿਦਿਆਰਥੀਓ, ਨੌਜਵਾਨੋ, ਇਸ ਗੱਲ ਨੂੰ ਯਾਦ ਰੱਖਣਾ ਕਿ ਹਾਰਡ ਚੈਲੰਜਿਸ ਬ੍ਰਿੰਗਸ ਸਵੀਟ ਸਕਸੈਸ। ਆਧੁਨਿਕ ਢੰਗ ਨਾਲ ਬਣੇ ਇਸ ਕਾਲਜ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ ਇੰਟਰਨੈਸ਼ਨਲ ਸਟਾਈਲ ਕਰਿਕੂਲਮ ਅਤੇ ਹਰ ਸਬਜੈਕਟ ਤੇ ਹੁੰਦਾ ਹੈ ਪ੍ਰੈਕਟੀਕਲ ਫੋਕਸ। ਇੱਥੇ ਨੇ ਹਾਈ-ਟੈਕ ਲੈਬਸ, ਲਾਇਬ੍ਰੇਰੀ, fully AC classrooms, student and faculty exchange, skill enhancement programs ਅਤੇ qualified staff। ਇਹ ਹੈ ਇੱਕ ਰੈਗਿੰਗ ਫ੍ਰੀ ਕੈਂਪਸ ਜਿੱਥੇ ਕਾਬਲ ਵਿਦਿਆਰਥੀਆਂ ਨੂੰ ਸਕਾਲਰਸ਼ਿਪਸ ਵੀ ਦਿੱਤੀਆਂ ਜਾਂਦੀਆਂ ਹਨ। ਇੱਕ ਸਸ਼ਕਤ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਮਿਲਦੀ ਹੈ ਜੌਬ ਪਲੇਸਮੈਂਟ ਲੈਣ ਵਿੱਚ ਮਦਦ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਲਿਆਇਆ ਹੈ ਇੱਕ ਯੂਨੀਕ 2+2 ਸਟੱਡੀ ਟ੍ਰਾਂਸਫਰ ਪ੍ਰੋਗਰਾਮ ਜਿੱਥੇ ਪਹਿਲੇ 2 ਸਾਲ ਇੰਡੀਆ 'ਚ ਪੜ੍ਹ ਕੇ ਸਟੂਡੈਂਟਸ ਅਗਲੇ 2 ਸਾਲ ਬਾਹਰ ਪੜ੍ਹਨ ਜਾਂਦੇ ਨੇ ਤੇ ਪਾ ਸਕਦੇ ਨੇ ਇੰਟਰਨੈਸ਼ਨਲ ਡਿਗਰੀ। ਸਤਿ ਸ਼੍ਰੀ ਅਕਾਲ ਜੀ। Our vision at Pyramid College is hard work, open communication, teamwork and a high level of responsibility. Pyramid College ਵਿੱਚ ਸਾਡਾ ਮਕਸਦ ਬੱਚਿਆਂ ਨੂੰ ਸਿਰਫ ਪੜ੍ਹਾਉਣਾ ਹੀ ਨਹੀਂ ਬਲਕਿ ਸਿਖਾਉਣਾ ਹੈ। ਪਿਰਾਮਿਡ ਕਾਲਜ ਵਿੱਚ ਹਰ ਸਟੂਡੈਂਟ ਸਪੈਸ਼ਲ ਹੈ, ਕੁਝ ਪੜ੍ਹਾਈ ਵਿੱਚ ਅੱਗੇ ਹੈ ਤੇ ਕੁਝ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿੱਚ। ਵੀ ਪ੍ਰਾਊਡਲੀ ਬੋਸਟ ਆਫ ਆਰ ਇੰਟਰਨੈਸ਼ਨਲ ਟਾਈ-ਅਪਸ। ਪਿਰਾਮਿਡ ਕਾਲਜ ਦੇ ਕੈਨੇਡਾ, USA, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਟੌਪ ਯੂਨੀਵਰਸਿਟੀਜ਼ ਨਾਲ ਹੁਣ ਟਾਈ-ਅਪ ਹੋ ਗਏ ਹੈ। ਸਟੂਡੈਂਟਸ ਪੜ੍ਹਾਈ ਆਪਣੀ ਪਿਰਾਮਿਡ ਕਾਲਜ ਵਿੱਚ ਸ਼ੁਰੂ ਕਰਨਗੇ ਅਤੇ ਖਤਮ ਕਰਨਗੇ ਇਹਨਾਂ ਫੋਰਨ ਯੂਨੀਵਰਸਿਟੀਜ਼ ਦੇ ਵਿੱਚ। This will not only save thousands of dollars but will give you an opportunity to do a bachelor's degree in a top ranked university. ਇੱਕ ਐਸਾ ਵਿਦਿਅਕ ਅਦਾਰਾ ਜੋ ਤੁਹਾਡੇ ਸੁਨਹਿਰੇ ਕੱਲ੍ਹ ਲਈ ਦਿੰਦਾ ਹੈ ਇੱਕ ਮਜ਼ਬੂਤ ਬੁਨਿਆਦ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ। पिरामिड कॉलेज ऑफ बिजनेस एंड टेक्नोलॉजी, चाहा जो भी हमने पा लिया वही। पिरामिड कॉलेज ऑफ बिजनेस एंड टेक्नोलॉजी, चाहा जो भी हमने पा लिया वही। My name is Amandeep Kaur and I am from a small village Chirakshavala which fall in district Moga. Moreover, I have completed my graduation in BSc Nursing with 74%, and after that my ambition was to go abroad for pursuing my higher study. So I have searched for so many consultancy, but at the last when I saw about the Pyramid e-services in the advertisement, that influenced me a lot, and at that time I decided to go to these consultancy for to pursue my study. And when I came to Pyramid e-service at Jalandhar office, I met to Mr. Jagpal Singh, who is my counselor, and after that the whole processing I got my visa within 1 month. So at the last I want to say thanks to all the faculty of Pyramid service and Sardar Bhavanoor Singh Bedi. Here is my visa. ਸਤਿ ਸ਼੍ਰੀ ਅਕਾਲ। ਮੇਰਾ ਨਾਮ ਕਰਮਜੀਤ ਕੌਰ ਹੈ। ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦੀ ਹਾਂ ਜਿਸ ਦਾ ਨਾਮ ਬੁੱਟਰ ਕਲਾਂ ਹੈ। ਮੈਂ ਆਪਦੀ +2 ਦੀ ਸਟੱਡੀ ਵੀ ਇੱਕ ਛੋਟੇ ਜਿਹੇ ਗਾਉਂ ਤੋਂ
ਪਿੰਡ ਤੋਂ ਕੰਪਲੀਟ ਕੀਤੀ ਆ। ਫਿਰ ਮੈਂ ਆਇਲਸ ਕੀਤਾ ਤੇ ਮੈਂ ਬਹੁਤ ਸਾਰੇ ਏਜੰਟਸ ਕੋਲ ਗਈ ਪਰ ਮੈਨੂੰ ਕੋਈ ਵੀ ਸੈਟੀਸਫਾਈਡ ਨਹੀਂ ਲੱਗਿਆ। ਫਿਰ ਮੇਰੇ ਮਾਸਟਰ ਜੀ ਨੇ ਮੈਨੂੰ ਦੱਸਿਆ ਪਿਰਾਮਿਡ ਈ ਸਰਵਿਸ ਬਾਰੇ। ਫਿਰ ਮੈਂ ਜਦੋਂ ਇੱਥੇ ਆਈ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਸਟਾਫ ਐਂਡ ਤੇ ਮੈਂ ਫੁੱਲੀ ਸੈਟੀਸਫਾਈਡ ਹੋ ਗਈ। ਫਿਰ ਮੈਂ ਆਦੀ ਫਾਈਲ ਲਗਾਈ ਤੇ ਮੈਨੂੰ ਵਿਦਿਨ 1 month I have a result, I have a visa in my hand. This is my visa, so thank you so much for giving me that visa, Pyramid E-Service.